ਅਮਰੀਕਾ ਦੇ ਜੇ ਤੁਸੀਂ ਦੁਸ਼ਮਣ ਹੋ ਤਾਂ ਬੇਹੱਦ ਖਤਰਨਾਕ ਹੈ, ਪਰ ਜੇ ਤੁਸੀਂ ਦੋਸਤ ਹੋ ਤਾਂ ਤਬਾਹ ਹੋ ਜਾਓਗੇ। ਕਿ ਅਮਰੀਕਾ ਆਪਣੇ ਦੁਸ਼ਮਣਾਂ ਤੋਂ ਬਿਨਾ ਜਿਉਂਦਾ ਨਹੀਂ ਰਹਿ ਸਕਦਾ। ਦੱਖਣੀ ਏਸ਼ੀਆ ਦੀ ਰਾਜਨੀਤੀ ਤੇ ਕੀ ਅਸਰ ਪਏਗਾ? ਏਸ਼ੀਆ ਦੀ ਰਾਜਨੀਤੀ ਕਿਵੇਂ ਬਦਲੇਗੀ? ਦੁਨੀਆ ਦੀ ਰਾਜਨੀਤੀ ਕਿਵੇਂ ਬਦਲੇਗੀ? ਕੀ ਕਹਾਣੀ ਹੋਈ ਕਿ ਤਾਲਿਬਾਨ ਆ ਕੇ ਸੱਤਾ ਤੇ ਬਹਿ ਗਏ, ਅਮਰੀਕਾ ਵੀ ਚਲਾ ਗਿਆ। ਤਾਲਿਬਾਨ ਤਾਂ ਚਲੋ ਇੱਕ ਪਾਵਰ ਹੈਗੇ ਆ ਜਾਂ ਇੱਕ ਲੋਕਲ ਉੱਥੇ ਪਾਵਰ ਆ, ਪਰ ਜਿਹੜੀ ਜਿੱਤ ਹੋਈ ਆ, ਜਿਹੜੀ ਬੁਨਿਆਦੀ ਜਿੱਤ ਜੇ ਆਪਾਂ ਵੇਖੀਏ ਤਾਂ ਉਹ ਰੂਸ ਦੀ ਤੇ ਚੀਨ ਦੀ ਹੋਈ ਆ। ਕਿ ਅਮਰੀਕਾ ਦੀ ਰਸ਼ੀਆ ਨਾਲ ਵੀ ਠੀਕ ਨਹੀਂ, ਅਮਰੀਕਾ ਦੀ ਚਾਈਨਾ ਨਾਲ ਵੀ ਠੀਕ ਨਹੀਂ। ਠੀਕ ਹੈ, ਇਹਨਾਂ ਨੂੰ ਛੱਡ ਜੋ, ਇੱਥੇ ਖਰਾਬ ਤੇ ਇਹਨਾਂ ਨੂੰ ਹੀ ਕਰਨਗੇ ਨਾ ਅਲਟੀਮੇਟਲੀ। ਤਾਂ ਇਹ ਤਾਂ ਹੈ ਨਹੀਂ ਅਮਰੀਕਾ ਨੇ ਬੇਸਮਝਦਾਰੀ 'ਚ ਫੈਸਲਾ ਲੈ ਲਿਆ ਹੋਊਗਾ। ਇਹ ਤਾਂ ਟਰੰਪ ਵੇਲੇ ਤੋਂ ਗੱਲਾਂ ਚੱਲੀਆਂ ਆਉਂਦੀਆਂ ਸੀ। ਯਾਨੀ ਜਿਹੜੀ ਉਹਨਾਂ ਦੀ ਪੁਰਾਣੀ ਦਿੱਖ ਸੀ, ਜਿਹ 'ਚ ਵੈਸਟ ਦਾ ਮੀਡੀਆ ਉਹਨਾਂ ਬਾਰੇ ਪ੍ਰਚਾਰ ਕਰਦਾ ਸੀਗਾ ਕਿ ਤਾਲਿਬਾਨ ਹੋਣ ਦਾ ਮਤਲਬ ਸਭ ਤੋਂ ਵੱਡਾ ਕਤਲੋਗਾਰਦ ਮਚਾਉਣ ਵਾਲਾ ਬੰਦਾ, ਸਭ ਤੋਂ ਵੱਡੀ ਕਤਲੋਗਾਰਦ ਮਨਾਉਣ ਵਾਲੀ ਜਥੇਬੰਦੀ, ਉਹ ਆਪਣੀ ਦਿੱਖ ਬਦਲ ਰਹੇ ਨੇ। ਕਿ ਉਹ ਜਾਣ ਕੇ ਬਦਲ ਰਹੇ ਨੇ ਜਾਂ ਸੱਚੀਓ ਬਦਲ ਗਏ ਨੇ? ਪੰਜਾਬ ਦੇ ਉੱਤੇ ਜੇ ਸਪੈਸੀਫਿਕ ਗੱਲ ਕਰੀਏ ਆਪਾਂ, ਪੰਜਾਬ ਦੇ ਉੱਤੇ ਕੀ ਅਸਰ ਪਏਗਾ? ਭਾਰਤੀ ਪੰਜਾਬ ਤੇ ਆਪਾਂ ਮੋਟਾ ਜੇ ਅਸਰ ਲਾਈਏ ਤਾਂ ਜੀ ਆਪਣਾ ਜਿਹੜਾ ਪਾਕਿਸਤਾਨ ਦੇ ਨਾਲ ਆ ਬਾਰਡਰ ਹੋਰ ਹਾਰਡ ਹੋ ਜਾਊਗਾ। ਇੱਕ ਪਾਸੇ ਤਾਲਿਬਾਨਾਂ ਦੀਆਂ ਘਟਨਾਵਾਂ ਅਫਗਾਨਿਸਤਾਨ 'ਚ, ਦੂਜੇ ਪਾਸੇ ਇੰਡੀਆ 'ਚ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ। ਤਾਂ ਇਹਦਾ ਸੋਲਿਊਸ਼ਨ ਜਲਦੀ ਨਿਕਲ ਸਕਦਾ। ਸਰਕਾਰ ਚਾਹੇਗੀ ਕਿ ਬਾਰਡਰ ਏਰੀਏ ਜਿੱਥੇ ਵੀ ਕੋਈ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਨਿਬੇੜਿਆ ਜਾਵੇ। ਜਿਵੇਂ ਨਿਤਸ਼ੇ ਕਹਿੰਦਾ ਹੈਗਾ ਕਿ ਜ਼ਿੰਦਗੀ ਤੋਂ, ਹਾਲਾਂਕਿ ਬੜੀ ਸਖਤ ਸਟੇਟਮੈਂਟ ਆ ਨਿਤਸ਼ੇ ਦੀ, ਕਿ ਜਦੋਂ ਯੁੱਧ ਖਤਮ ਹੋ ਜਾਣਗੇ ਤਾਂ ਰੌਚਕਤਾ ਖਤਮ। ਇੱਕ ਨਵਾਂ ਯੁੱਧ ਆਇਆ ਤਾਂ ਉਹਨੇ ਪੂਰੀ ਦੁਨੀਆ ਦੀ ਰਾਜਨੀਤੀ ਨੂੰ ਬੜਾ, ਮੈਂ ਦੇਖ ਰਿਹਾ ਪੂਰੀ ਦੁਨੀਆ 'ਚ ਰਾਜਨੀਤਿਕ ਟਿੱਪਣੀਆਂ ਹੋ ਰਹੀਆਂ ਨੇ। ਪੂਰੀ ਦੁਨੀਆ 'ਚ ਇੱਕ ਨਵੀਂ ਤਰ੍ਹਾਂ ਦੇ ਨਾਲ ਰਾਜਨੀਤੀ ਨੂੰ ਰੀਡ ਕੀਤਾ ਜਾ ਰਿਹਾ। ਖਾਸ ਤੌਰ 'ਤੇ ਏਸ਼ੀਆ ਦੇ ਅੰਦਰ, ਜਾਂ ਕਹੀਏ ਦੱਖਣੀ ਏਸ਼ੀਆ ਦੇ ਉੱਤੇ ਕਮੈਂਟ ਹੋ ਰਹੇ ਨੇ। ਜਿਵੇਂ ਮਤਲਬ ਆਪਾਂ ਈਰਾਨ ਦੀ ਗੱਲ ਕਰੀਏ, ਇਸਲਾਮਿਕ ਕ੍ਰਾਂਤੀ ਦੀ, ਹਾਲਾਂਕਿ ਬਾਅਦ 'ਚ ਉੱਥੇ ਹੋਰ ਸਿੱਟੇ ਨਿਕਲੇ ਕਿ ਉਹ ਅਯਤੁੱਲਾ ਖਮੇਨੀ ਵਾਲਾ ਦੌਰਾ ਜਿਹੜਾ ਸਿਚੁਏਸ਼ਨ ਇਹਨਾਂ ਤੋਂ ਆਊਟ ਆਫ ਕੰਟਰੋਲ ਹੋ ਗਈ ਸੀ, ਜੇ ਆਪਾਂ ਕਹੀਏ USA ਤੋਂ, ਜਾਂ ਜਦੋਂ ਇਹ ਲੱਗ ਰਿਹਾ ਸੀਗਾ। ਦੇਖੋ USA ਕੋਲ ਤਾਂ ਇਨਫੋਰਮੇਸ਼ਨ ਦੇ ਬਹੁਤ ਵੱਡੇ ਸਾਧਨ ਨੇ। ਜਿਹੜੀਆਂ ਦੂਜੀਆਂ ਫੋਰਸਸ ਸੀਗੀਆਂ ਜਿਨ੍ਹਾਂ ਨੇ ਉੱਥੇ ਆਪਦਾ ਕਬਜ਼ਾ ਰੱਖਿਆ, ਜਿਨ੍ਹਾਂ ਦਾ ਇਹ ਇੰਟਰਸਟ ਸੀਗਾ, ਉਹਨਾਂ ਨੇ ਉਹ 20 ਦਿਨਾਂ ਦੇ ਅੰਦਰ ਕਿਉਂ ਕੋਈ ਇਨੀਸ਼ੀਏਟਿਵ ਨਹੀਂ ਲਿਆ ਗਾ? ਜਾਂ ਉਹਨਾਂ ਦੇ ਕੋਲੇ, ਮਤਲਬ ਮੈਂ ਕਹਿੰਦਾ ਕਿ ਉਹਨਾਂ ਦਾ ਸਿਚੁਏਸ਼ਨ ਉਹਨਾਂ ਦੇ ਕੰਟਰੋਲ 'ਚ ਹੀ ਨਹੀਂ ਸੀ। ਯਾਨੀ ਗਨੀ ਦੀ ਮਦਦ ਕਿਉਂ ਨਹੀਂ ਕੀਤੀ? ਜਿਹੜਾ ਦੋਸਤ ਤਬਾਹ ਹੋ ਗਿਆ ਅਮਰੀਕਾ ਦਾ, ਦੋਸਤ ਸੀਗਾ ਅਬਦੁਲ ਗਨੀ ਦਾ। ਅੱਜ ਆਪਾਂ ਨੇਪਾਲ 'ਚ ਦੇਖੀ ਜਦੋਂ ਰਾਜਸ਼ਾਹੀ ਦਾ ਤਖਤਾ ਪਲਟ ਹੋਇਆ ਉੱਥੇ, ਉਸ ਤੋਂ ਪਹਿਲਾਂ ਤਾਂ ਬਹੁਤ ਲੇਟ ਹੀ ਆਪਾਂ ਦੇਖਦੇ ਹਾਂ। ਪਰ ਜੇ ਪਿਛਲੇ ਸਮੇਂ 'ਚ ਕਹਿਣਾ ਹੋਵੇ, ਤਖਤਾ ਪਲਟੀ ਕਹਾਂਗੇ ਇਹਨੂੰ ਆਪਾਂ। ਇਸ ਤਰ੍ਹਾਂ ਦੀਆਂ ਫੋਰਸਸ ਬਹੁਤ ਸਾਰੀਆਂ ਥਾਵਾਂ 'ਤੇ ਐਕਟਿਵ ਨੇ ਦੁਨੀਆ ਭਰ ਦੇ ਅੰਦਰ। ਦੁਨੀਆ ਭਰ ਦੀ ਰਾਜਨੀਤੀ ਦੇ ਅੰਦਰ ਆਪਣੇ ਪੱਧਰ 'ਤੇ ਬਹੁਤ ਸਾਰੀਆਂ ਫੋਰਸਸ ਨੇ, ਲੈਫਟ ਦੀਆਂ, ਰਾਈਟ ਦੀਆਂ, ਨੈਸ਼ਨਲਿਟੀਜ਼ ਦੀਆਂ। ਉਹਨਾਂ ਦੇ ਉੱਤੇ ਵੀ ਕੋਈ ਅਸਰ ਪਏਗਾ ਇਸ ਦਾ? ਅਮਰੀਕਾ ਦੀ ਹਾਰ ਜਿਹੜੀ ਹੈ ਆਲਮੋਸਟ ਸਾਈਗੋਨ ਮੂਵਮੈਂਟ ਹੈ ਅਮਰੀਕਾ ਵਾਸਤੇ। ਉਵੇਂ ਜਿਵੇਂ ਸਾਈਗੋਨ ਦੇ ਵਿੱਚੋਂ, ਵੀਅਤਨਾਮ ਸਾਈਗੋਨ ਦੇ ਵਿੱਚੋਂ ਹੈਲੀਕਾਪਟਰਾਂ 'ਤੇ ਨਿਕਲੇ ਸੀ, ਲਾਸਟ ਮੈਨ ਕਲਿੰਗਿੰਗ ਟੂ ਦ ਹੈਲੀਕਾਪਟਰ ਸੀਗਾ, ਜਿਹੜੇ ਉਹਨਾਂ ਦੇ ਸਪੋਰਟਰ ਸੀ। ਅੱਜ ਕਾਬੁਲ ਦੇ ਵਿੱਚ ਉਹੀ ਹੋ ਰਿਹਾ। ਹੈਲੀਕਾਪਟਰ 'ਤੇ ਉਹਨਾਂ ਨੇ ਆਪਦੀ ਫੋਰਸ ਉੱਥੇ ਲਿਆਂਦਾ। ਪ੍ਰੈਜ਼ੀਡੈਂਸ਼ੀਅਲ ਪੈਲੇਸ 'ਚ ਬੈਠਦੇ ਆ, ਜਿਹੜੇ ਗਨ ਰੱਖ ਕੇ ਬੈਠੇ ਆ। ਉਹਦੇ ਪਿੱਛੇ ਤੁਸੀਂ ਪੇਂਟਿੰਗ ਵੇਖੋ, ਅਬਦਾਲੀ ਦੀ ਆਪਣਾ ਜਦੋਂ ਉਹਦਾ ਤਾਜਪੋਸ਼ੀ ਹੋਈ ਸੀ ਜਾਂ ਉਹ ਕਬੀਲਿਆਂ ਦਾ ਸਰਦਾਰ ਬਣਿਆ ਸੀ, ਉਹ ਪੇਂਟਿੰਗ ਲੱਗੀ। ਅਬਦਾਲੀ ਦੀ ਪੇਂਟਿੰਗ? ਹਾਂ, ਅਬਦਾਲੀ ਮਤਲਬ ਖਾਇਆ ਜਾ ਰਿਹਾ। ਉਹ ਐਂ ਤੁਸੀਂ ਪੇਂਟਿੰਗ ਨੂੰ ਦੁਬਾਰਾ ਵੇਖਿਓ, ਉਹਦੇ ਸਿਰ ਦੇ ਉੱਤੇ ਇੱਕ ਉਹ ਸੰਤ ਜਾਂ ਉਹਨਾਂ ਦਾ ਜਿਹੜਾ ਸੂਫੀ ਹੈੱਡ ਸੀ, ਉਹ ਆਸ਼ੀਰਵਾਦ ਦੇ ਰਿਹਾ। ਅਤੇ ਅਬਦਾਲੀ ਨੂੰ ਜਦੋਂ ਕਬੀਲਿਆਂ ਦਾ ਸਰਦਾਰ ਬਣਾਇਆ ਸੀ, ਉਹ ਸੀਨ ਡਿਪਿਕਟ ਹੋਇਆ। ਤਾਂ ਇਹ ਬਹੁਤ ਸਿੰਪਲ। ਇਹ ਪੇਂਟਿੰਗ ਤਾਲਿਬਾਨਾਂ ਨੇ ਲਾਈ ਜਾਂ ਇਹ ਪੇਂਟਿੰਗ ਪਹਿਲਾਂ ਲੱਗੀ ਹੋਊਗੀ ਉੱਥੇ? ਨਹੀਂ, ਇਹ ਪੇਂਟਿੰਗ ਪਹਿਲਾਂ ਲੱਗੀ ਹੋਊਗੀ, ਪਰ ਉਹਨਾਂ ਨੇ ਉਹਨੂੰ ਪਾੜਿਆ ਨਹੀਂ, ਉਤਾਰਿਆ ਨਹੀਂ। ਇਹਦਾ ਮਤਲਬ ਇਹ ਗੱਲ ਬੜੀ ਕਲੀਅਰ ਹੈ ਕਿ ਉਹ ਅੱਜ ਆਪਦੇ ਚੁਗਿਰਦੇ ਨੂੰ ਉਸ ਤਰੀਕੇ ਦੇ ਇੰਟਰਸਟ ਨਾਲ ਵੇਖ ਰਹੇ। ਹੈਨਰੀ ਕਿਸਿੰਜਰ ਨੇ ਕਿਹਾ ਸੀ, ਅਮਰੀਕਾ ਦੇ ਜੇ ਤੁਸੀਂ ਦੁਸ਼ਮਣ ਹੋ ਤਾਂ ਬੇਹੱਦ ਖਤਰਨਾਕ ਹੈ, ਪਰ ਜੇ ਤੁਸੀਂ ਦੋਸਤ ਹੋ ਤਾਂ ਤਬਾਹ ਹੋ ਜਾਓਗੇ। ਅਮਰੀਕਾ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕਾ ਆਪਣੇ ਦੁਸ਼ਮਣਾਂ ਤੋਂ ਬਿਨਾ ਜਿਉਂਦਾ ਨਹੀਂ ਰਹਿ ਸਕਦਾ। ਇਸ ਲਈ ਉਹ ਦੁਸ਼ਮਣ ਸਮੇਂ-ਸਮੇਂ 'ਤੇ ਪੈਦਾ ਵੀ ਕਰਦਾ ਰਹਿੰਦਾ ਅਤੇ ਤਬਾਹ ਵੀ ਕਰਦਾ ਰਹਿੰਦਾ। ਦੋਸਤ ਦੁਸ਼ਮਣ ਬਦਲਦੇ ਰਹਿੰਦੇ ਨੇ। ਤਾਲਿਬਾਨਾਂ ਦੇ ਸੱਤਾ 'ਚ ਆਉਣ ਦੇ ਨਾਲ ਪੂਰੀ ਦੁਨੀਆ 'ਚ ਚਰਚਾ ਹੋ ਰਹੀ ਹੈ ਤਾਲਿਬਾਨਾਂ ਦੀ। ਅਮਰੀਕਾ ਦੇ ਨਾਲ ਲੜਦੇ ਰਹੇ, ਅਮਰੀਕਾ ਦੇ ਦੋਸਤ ਵੀ ਰਹੇ, ਪਰ ਹੁਣ ਅਬਦੁਲ ਗਨੀ ਨੂੰ ਛੱਡਣਾ ਪਿਆ ਬਕਾਇਦਾ ਤੌਰ 'ਤੇ ਅਫਗਾਨਿਸਤਾਨ। ਔਰ ਦੋਸਤ ਸੀ ਉਹ ਅਮਰੀਕਾ ਦੇ। ਅੱਜ ਇਸੇ ਗੱਲ ਨੂੰ ਡੀਕੋਡ ਕਰਾਂਗੇ। ਰਾਜਨੀਤੀ ਡੀਕੋਡ, ਦੱਖਣੀ ਏਸ਼ੀਆ ਦੀ ਰਾਜਨੀਤੀ 'ਤੇ ਕੀ ਅਸਰ ਪਏਗਾ? ਏਸ਼ੀਆ ਦੀ ਰਾਜਨੀਤੀ ਕਿਵੇਂ ਬਦਲੇਗੀ? ਦੁਨੀਆ ਦੀ ਰਾਜਨੀਤੀ ਕਿਵੇਂ ਬਦਲੇਗੀ? ਪੰਜਾਬ ਦੀ ਰਾਜਨੀਤੀ 'ਤੇ ਦਾ ਕੀ ਅਸਰ ਪਏਗਾ? ਪੂਰੇ ਭਾਰਤ 'ਤੇ ਕੀ ਅਸਰ ਪਏਗਾ? ਸਾਡੇ ਨਾਲ ਜੀਓ ਪੋਲਿਟਿਕਸ ਦੇ ਮਾਹਰ
ਅਜੇਪਾਲ ਬਰਾੜ ਨੇ ਔਰ ਫੌਜੀ ਮਸਲਿਆਂ ਦੇ ਵੀ ਮਾਹਰ ਨੇ। ਗੱਲਬਾਤ ਉਹਨਾਂ ਨਾਲ ਸ਼ੁਰੂ ਕਰਦੇ ਹਾਂ ਕਿ ਕੌਮਾਂਤਰੀ ਰਾਜਨੀਤੀ ਕੀ ਕਹਿੰਦੀ ਹੈ। ਸਵਾਗਤ ਹੈ ਬਰਾੜ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹੀ, ਅਮਰੀਕਾ ਦਾ ਦੋਸਤ ਹੋਣਾ ਠੀਕ ਸੀਗਾ ਅਬਦੁਲ ਗਨੀ ਦੇ ਲਈ, ਜਾਂ ਤਾਲਿਬਾਨਾਂ ਦੀ ਇੱਕ ਦੌਰ 'ਚ ਦੋਸਤੀ ਫਿਰ ਦੁਸ਼ਮਣੀ? ਕੀ ਕਹਾਣੀ ਹੋਈ ਕਿ ਤਾਲਿਬਾਨ ਆ ਕੇ ਸੱਤਾ ਤੇ ਬਹਿ ਗਏ, ਅਮਰੀਕਾ ਵੀ ਚਲਾ ਗਿਆ? ਜਿਹੜਾ ਜੀ ਉਹ ਅਫਗਾਨਿਸਤਾਨ ਵਾਲਾ ਹਿੱਸਾ ਹੈ, ਉਹ ਵਰਲਡ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਕੀਤੀ ਹੈ, ਕਿ ਉਹ ਬਹੁਤ ਪ੍ਰਾਈਜ਼ਡ ਪੋਜੈਸ਼ਨ ਆ। ਉਹਦੇ ਉੱਥੇ ਗ੍ਰੇਟ ਗੇਮ ਹੁੰਦੀ ਰਹੀ ਹੈ ਸਦੀਆਂ ਤੋਂ, ਪਿਛਲੇ 2-3 ਸਾਲਾਂ ਤੋਂ। ਉੱਥੇ ਇਹ ਹੈਗਾ ਕਿ ਕਿਹੜੀ ਤਾਕਤ ਉਹਨੂੰ ਪੋਜੈਸ ਕਰੂਗੀ, ਉਹ ਅੱਗੇ ਜਾ ਕੇ ਦੱਖਣ ਏਸ਼ੀਆ ਦੇ ਉੱਤੇ ਭਾਰੀ ਹੋ ਜਾਂਦੀ ਹੈ। ਕਿਸ ਦਾ ਕਬਜ਼ਾ ਰਹੇਗਾ? ਉਸ ਦਾ ਕਬਜ਼ਾ ਰਹੇਗਾ। ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਵੀ ਹੈਰਾਤ ਦੇ ਉੱਤੇ ਜਿਹੜਾ ਕਾਬਜ਼ ਹੋਊਗਾ, ਉਹਦੀ ਸ਼ੈਡੋ ਜਿਹੜੀ ਹੈ, ਉਹਦੀ ਤਾਕਤ ਜਿਹੜੀ ਆ, ਉਹ ਸਾਰੀ ਇੰਡਸ ਵੈਲੀ ਤੋਂ ਲੈ ਕੇ ਗੈਂਗਟਿਕ ਪਲੇਨਸ ਤੱਕ ਜਾਂ ਇੰਡੀਅਨ ਓਸ਼ੀਅਨ 'ਚੋਂ ਲੀਵਰੇਜ ਕਰਦਾ ਹੈਗਾ। ਤੇ ਇਹ ਆਪਾਂ ਵੇਖਿਆ ਸੀ ਕਿ 79 ਦੇ ਵਿੱਚ ਉੱਥੇ ਰਸ਼ੀਆ ਐਂਟਰ ਹੋਇਆ ਸੀ ਤੇ ਉਹਨੂੰ ਮੂੰਹ ਦੀ ਖਾ ਕੇ ਉੱਥੋਂ ਨਿਕਲਣਾ ਪਿਆ, ਜਿੱਥੇ ਅਮਰੀਕਾ ਨੇ ਪਾਕਿਸਤਾਨ ਨੂੰ ਉਹਦੀ ਬੇਸ ਬਣਾ ਕੇ ਉੱਥੇ ਲੜਾਈ ਲੜੀ ਮੁਜਾਹਿਦੀਨਸ ਦੇ ਥਰੂ। ਅੱਜ ਜਮਾਂ ਹੀ ਰਿਵਰਸ ਹੋ ਗਿਆ ਉਹਦਾ, ਅੱਜ ਬਿਲਕੁਲ ਉਲਟ ਹੋ ਗਿਆ ਉਹਦਾ। ਅੱਜ ਉਹ ਗ੍ਰੇਟ ਗੇਮ ਦੇ ਵਿੱਚ ਤਾਲਿਬਾਨ ਤਾਂ ਚਲੋ ਇੱਕ ਪਾਵਰ ਹੈਗੇ ਆ ਜਾਂ ਇੱਕ ਲੋਕਲ ਉੱਥੇ ਪਾਵਰ ਆ, ਪਰ ਜਿਹੜੀ ਜਿੱਤ ਹੋਈ ਆ, ਜਿਹੜੀ ਬੁਨਿਆਦੀ ਜਿੱਤ ਜੇ ਆਪਾਂ ਵੇਖੀਏ ਤਾਂ ਉਹ ਰੂਸ ਦੀ ਤੇ ਚੀਨ ਦੀ ਹੋਈ ਆ, ਜਿਹਨੇ ਅਮਰੀਕਾ ਨੂੰ ਉਸ ਖਿੱਤੇ 'ਚੋਂ ਖਦੇੜ ਦਿੱਤਾ। ਤੇ ਜੇ ਆਪਾਂ ਵਾਈਟਸ ਦੇ ਜਾਂ ਯੂਰਪ ਉਹ ਐਂਗਲੋ ਸੈਕਸਨ ਰੇਸ ਦੇ ਹਿਸਾਬ ਨਾਲ ਵੇਖੀਏ ਤਾਂ 300 ਸਾਲ ਬਾਅਦ ਸਮਝ ਲਓ ਇਸ ਏਰੀਏ 'ਚੋਂ, ਜਾਂ 200-250 ਸਾਲ ਬਾਅਦ ਇਸ ਏਰੀਏ 'ਚੋਂ ਉਹ ਵੱਧ ਗਏ ਆ। ਤੇ ਵਧੇ ਉਹ ਇਕੱਲੇ ਅਫਗਾਨਿਸਤਾਨ ਤਾਂ ਆਪਾਂ ਨੂੰ ਨਜ਼ਰ ਆ ਰਿਹਾ, ਜੋ ਆਪਾਂ ਸਾਹਮਣੇ ਨਜ਼ਰ ਆ ਰਿਹਾ ਕਿ ਅਫਗਾਨਿਸਤਾਨ 'ਚ ਉਹਨਾਂ ਦਾ ਇਨਫਲੂਐਂਸ ਆ ਗਿਆ, ਚੀਨ ਦਾ ਤੇ ਰਸ਼ੀਆ ਦਾ। ਉਹਨਾਂ ਦਾ ਇਨਫਲੂਐਂਸ ਐਕਚੁਅਲੀ ਪਾਕਿਸਤਾਨ ਤੱਕ ਆ ਗਿਆ। ਤਾਂ ਆਪਾਂ ਜੇ ਆਪਾਂ ਇੱਥੇ ਬੈਠੇ ਹਾਂ ਤਾਂ ਆਪਾਂ ਇਹਨੂੰ ਵੇਖੀਏ ਤਾਂ ਉਹ ਇਨਫਲੂਐਂਸ ਵਾਘੇ ਤੱਕ ਆ ਗਿਆ, ਜਾਂ ਉਹ ਇਨਫਲੂਐਂਸ ਇੰਡੀਅਨ ਓਸ਼ੀਅਨ ਤੱਕ ਪਹੁੰਚ ਗਿਆ, ਜਿਹਦੇ ਪਿੱਛੇ ਉਹ ਤਕਰੀਬਨ 300-400 ਸਾਲ ਤੋਂ ਲੱਗੇ ਹੋਏ ਸੀਗੇ। ਤਾਂ ਇਹ ਪਰ ਇੱਕ ਉਲਟੇ ਪਾਸਿਓਂ ਗੱਲ ਕਹੀ ਜਾਂਦੀ ਹੈ ਕਿ ਜਿਵੇਂ ਇਹ ਸੋਚਿਆ ਜਾਂਦਾ ਕਿ ਅਮਰੀਕਾ ਇੰਨਾ ਐਂ ਤਾਂ ਹੁਣ ਸਕਦੀ ਕਿ ਉਹਨੂੰ ਸਮਝ ਨਹੀਂ ਹੈਗੀ ਅਮਰੀਕਾ ਨੂੰ ਕਿ ਪੂਰੀ ਦੁਨੀਆ ਦੀ ਜੀਓਪੋਲਿਟਿਕਸ 'ਚ ਕਿਵੇਂ ਆਪਣਾ ਦਬਦਬਾ ਕਾਇਮ ਰੱਖਣਾ। ਬਹੁਤੇ ਲੋਕ ਕਹਿੰਦੇ ਆ ਕਿਉਂਕਿ ਅਮਰੀਕਾ ਦੀ ਰਸ਼ੀਆ ਨਾਲ ਵੀ ਠੀਕ ਨਹੀਂ, ਅਮਰੀਕਾ ਦੀ ਚਾਈਨਾ ਨਾਲ ਵੀ ਠੀਕ ਨਹੀਂ, ਠੀਕ ਹੈ ਇਹਨਾਂ ਨੂੰ ਛੱਡ ਜੋ, ਇੱਥੇ ਖਰਾਬ ਤੇ ਇਹਨਾਂ ਨੂੰ ਹੀ ਕਰਨਗੇ ਨਾ ਅਲਟੀਮੇਟਲੀ। ਤਾਂ ਐਂ ਤਾਂ ਹੈ ਨਹੀਂ ਅਮਰੀਕਾ ਨੇ ਬੇਸਮਝਦਾਰੀ 'ਚ ਫੈਸਲਾ ਲੈ ਲਿਆ ਹੋਊਗਾ, ਇਹ ਤਾਂ ਟਰੰਪ ਵੇਲੇ ਤੋਂ ਗੱਲਾਂ ਚੱਲੀਆਂ ਆਉਂਦੀਆਂ ਸੀ। ਹਾਂਜੀ, ਵੈਸੇ ਇੱਕ ਪੋਂਪੇ ਦੀ ਜਦੋਂ ਸੀਗਾ ਉਹ ਆਪਣਾ ਇੱਥੋਂ ਪਹਿਲਾਂ ਡੋਨਲਡ ਟਰੰਪ ਦੇ ਨਾਲ ਸੀਗੇ, ਜਿਹੜੇ ਪੋਂਪੇ ਡਿਫੈਂਸ ਸੈਕਟਰੀ ਸੀ, ਉਹਨਾਂ ਦੀ ਇਹ ਥਿਓਰੀ ਸੀਗੀ ਕਿ ਅਫਗਾਨਿਸਤਾਨ 'ਚ ਜੇ ਵੈਕਿਊਮ ਹੋਊਗਾ ਤੇ ਫੋਰਸਿਸ ਆ ਕੇ ਵਿੱਚ ਫਸ ਜਾਣਗੀਆਂ। ਤੇ ਆਪਾਂ ਵੀ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਤਾਂ ਇਹ ਕਿਹਾ ਸੀ ਕਿ ਇਹ ਫੋਰਸਿਸ ਕਿਨਾਰਿਆਂ ਤੇ ਬੈਠੀਆਂ, ਅੰਦਰ ਨਹੀਂ ਜਾ ਰਹੀਆਂ, ਵੇਖੋ ਐਂਟਰ ਨਹੀਂ ਹੋ ਰਹੀਆਂ, ਇਨਵੈਸਟਮੈਂਟਸ ਲਗਾ ਰਹੀਆਂ ਇਹਦੀਆਂ। ਤਾਂ ਉਹ ਬੜੀਆਂ ਕੌਸ਼ੀਅਸ ਹੋ ਕੇ ਲੜੀਆਂ ਐਤਕੀ ਵਾਰ, ਤੇ ਬਹੁਤ ਕੌਸ਼ੀਅਸਲੀ ਉਹਨਾਂ ਨੇ ਟ੍ਰੈਡ ਕੀਤਾ। ਤੇ ਉਹ ਅਮਰੀਕਨ ਰਾਜਨੀਤੀ ਇੱਥੇ ਆ ਕੇ ਜਾਂ ਡਿਪਲੋਮੇਸੀ ਇੱਥੇ ਆ ਕੇ ਫੇਲ ਹੋ ਗਈ ਆ। ਯਾਦਵਿੰਦਰ ਜੀ, ਜਿਹੜੀਆਂ ਆਰਨਲਡ ਟੋਇਨਬੀ ਇੱਕ ਹਿਸਟੋਰੀਅਨ ਹੋਇਆ ਜਿਨ੍ਹਾਂ ਨੇ ਬਹੁਤ ਸਿੱਖਾਂ ਬਾਰੇ ਵੀ ਲਿਖਿਆ, ਉਹਨਾਂ ਨੇ ਹਿਸਟਰੀ ਨੂੰ ਥੋੜ੍ਹਾ ਜਿਹਾ ਡੇਟਸ ਦੀ ਬਜਾਏ ਉਹਨਾਂ ਨੇ ਫੋਰਸਿਸ ਦੇ ਹਿਸਾਬ ਨਾਲ ਪਲੇ ਕੀਤਾ। ਤੇ ਉਹ ਇਹ ਕਹਿੰਦੇ ਆ ਕਿ ਵੀ ਜਿਹੜੀਆਂ ਇਹ ਵੱਡੀਆਂ ਸਭਿਅਤਾ, ਚਾਹੇ ਰੋਮਨ ਐਮਪਾਇਰ ਸੀ, ਚਾਹੇ ਮੁਗਲ ਸਾਮਰਾਜ ਸੀ ਆਪਣੇ, ਜਾਂ ਹੁਣ ਅਮਰੀਕਨ ਸਾਮਰਾਜ ਆ, ਜਾਂ ਪਹਿਲਾਂ ਅੰਗਰੇਜ਼ਾਂ ਦਾ ਸਾਮਰਾਜ ਸੀ, ਉਹ ਸਾਮਰਾਜ ਜਿਵੇਂ ਵੱਡੇ ਹੋ ਜਾਂਦੇ ਆ ਤਾਂ ਉਹਨਾਂ ਦੇ ਨੰਬਰ ਆਫ ਐਨੀਮੀਜ਼ ਵੀ ਵੱਧ ਜਾਂਦੇ ਆ। ਤਾਂ ਉਹ ਇੱਥੇ ਐਕਚੁਅਲੀ ਕੀ ਹੋਇਆ ਆਪਣਾ ਅਫਗਾਨਿਸਤਾਨ ਦੇ ਵਿੱਚ, ਨੰਬਰ ਆਫ ਐਨੀਮੀਜ਼ ਆਫ USA ਜਿਹੜੇ ਸੀ ਉਹ ਇਕੱਠੇ ਹੋ ਕੇ ਇੱਕੋ ਜਗ੍ਹਾ 'ਤੇ ਉਹਨਾਂ ਦੀ ਫੋਰਸ ਲੀਵਰੇਜ ਹੋ ਗਈ। ਮਤਲਬ ਅਮਰੀਕਾ ਜ਼ਿਆਦਾ ਓਵਰ ਐਕਸਟੈਂਡ ਹੋ ਚੁੱਕਿਆ ਵਰਲਡ ਦੇ ਵਿੱਚ। ਜਿਵੇਂ ਉਹਨਾਂ ਨੇ ਐਨੀਮੀਜ਼ ਉਹਨਾਂ ਨੂੰ ਜ਼ਰੂਰੀ ਆ, ਆਪਾਂ ਜਿਵੇਂ ਗੱਲ ਕੀਤੀ, ਪਰ ਉਹ ਇੰਨਾ ਐਕਸਟੈਂਡ ਹੋ ਚੁੱਕਿਆ ਕਿ ਉਹਦੀ ਐਨੀਮਿਟੀਜ਼ ਬਹੁਤ ਜ਼ਿਆਦਾ ਹੋ ਗਈਆਂ। ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰੀ ਹਰ ਡਾਈਸ ਜਾਂ ਹਰ ਆਪਾਂ ਜਦੋਂ ਰੋਲ ਕਰਦੇ ਹਾਂ ਆਪਣਾ ਪਾਸਾ ਸਿੱਧਾ ਪੈ ਜਾਏ, ਉਹ ਐਤਕੀ ਵਾਰ ਉਲਟਾ ਪੈ ਗਿਆ ਜੀ। ਤੇ ਉਹ ਇੰਨਾ ਉਲਟਾ ਪੈ ਗਿਆ ਕਿ ਵੀ ਸ਼ਾਇਦ ਇਹ, ਮਤਲਬ ਮੈਂ ਤਾਂ ਇਹ ਸਮਝਦਾ ਕਿ ਇਹ ਜਿਹੜਾ 200-250 ਸਾਲ ਤੋਂ ਜਿਹੜਾ ਯੂਰਪ ਜਾਂ ਵਾਈਟ ਮੈਨ ਜਿਹੜਾ ਇੱਥੇ ਡੋਮੀਨੇਟ ਕਰਦਾ ਸੀ, ਸ਼ਾਇਦ ਉਹ ਰੋਲ ਬੈਕ ਵੀ ਸ਼ੁਰੂ ਹੋ ਜਾਏ ਜੇ ਇਹ ਫੋਰਸਿਸ ਠੀਕ। ਤਾਲਿਬਾਨ ਬੜੀ ਹੀ, ਮੈਂ ਦੇਖ ਰਿਹਾ ਕਿ ਉਹਨਾਂ ਦੀਆਂ ਸਟੇਟਮੈਂਟਾਂ ਸਾਰੀਆਂ ਪੜ੍ਹ ਰਹੇ ਹਾਂ, ਦੇਖ ਰਹੇ ਹਾਂ, BBC ਅਲ ਜਜ਼ੀਰਾ ਦੇ ਉੱਤੇ ਖਾਸ ਤੌਰ 'ਤੇ ਜਿਹੜੇ ਪੁਖਤਾ ਸੋਰਸ ਨੇ, ਉਹਨਾਂ ਦੇ ਉੱਤੇ ਬੜੀ ਹੀ ਇੱਕ ਮੋਡਰੇਟ ਛਵੀ ਲੈ ਕੇ ਆ ਰਹੇ ਨੇ, ਆਪਣੀ ਮੋਡਰੇਟ ਦਿੱਖ ਲੈ ਕੇ ਆ ਰਹੇ ਨੇ, ਬੜੇ ਆਧੁਨਿਕ, ਕਿ ਕੁੜੀਆਂ ਅਗਰ ਪਾਉਣਾ ਚਾਹੁੰਦੀਆਂ ਬੁਰਕੇ ਪਾ ਲੈਣ, ਨਹੀਂ ਸਿਰ ਢੱਕ ਲੈਣ। ਯਾਨੀ ਜਿਹੜੀ ਉਹਨਾਂ ਦੀ ਪੁਰਾਣੀ ਦਿੱਖ ਸੀ, ਜਿਹ 'ਚ ਵੈਸਟ ਦਾ ਮੀਡੀਆ ਉਹਨਾਂ ਬਾਰੇ ਪ੍ਰਚਾਰ ਕਰਦਾ ਸੀਗਾ ਕਿ ਤਾਲਿਬਾਨ ਹੋਣ ਦਾ ਮਤਲਬ ਸਭ ਤੋਂ ਵੱਡਾ ਕਤਲੋਗਾਰਤ ਮਚਾਉਣ ਵਾਲਾ ਬੰਦਾ, ਸਭ ਤੋਂ ਵੱਡੀ ਕਤਲੋਗਾਰਤ ਮਨਾਉਣ ਵਾਲੀ ਜਥੇਬੰਦੀ, ਉਹ ਆਪਣੀ ਦਿੱਖ ਬਦਲ ਰਹੇ ਨੇ। ਕਿ ਉਹ ਜਾਣ ਕੇ ਬਦਲ ਰਹੇ ਨੇ, ਜਾਂ ਸੱਚੀਓ ਬਦਲ ਗਏ ਨੇ, ਜਾਂ ਸਿਰ ਮੀਡੀਆ 'ਚ ਦਿਖਾਉਣ ਲਈ, ਦੁਨੀਆ ਨੂੰ ਦਿਖਾਉਣ ਲਈ?
ਵੈਸੇ ਇਹ ਹੈ ਕਿ ਵੀ ਕੋਈ ਵੀ ਆਈਡੀਓਲੋਜੀ ਹੋਵੇ, ਉਹ ਆਈਡੀਓਲੋਜੀ ਇਨ ਬਿਨ ਲਾਗੂ ਨਹੀਂ ਹੋ ਸਕਦੀ, ਚਾਹੇ ਉਹ ਆਪ ਇਹ ਮੰਨਦੇ ਹੀ ਹੋਣ ਜਿਵੇਂ ਪਹਿਲਾਂ ਸੀਗੇ। ਪਰ ਇਹ ਉਹਨਾਂ ਨੇ ਵੀ ਵੇਖਿਆ ਹੋਣਾ ਵੀ ਕਿ ਸਾਨੂੰ ਤਾਕਤ ਸਸਟੇਨ ਕਰਨ ਵਾਸਤੇ ਤਾਂ ਸਾਨੂੰ ਲਾਰਜਰ ਐਂਬਿਟ ਜਾਂ ਲਾਰਜਰ ਲੈਜੀਟੀਮੇਸੀ ਲੈਣੀ ਪੈਣੀ ਹੈ। ਉਹ ਲਾਰਜਰ ਲੈਜੀਟੀਮੇਸੀ ਤਾਂ ਆਊਗੀ ਜੇ ਤੁਸੀਂ ਅੱਜ ਦੇ ਦੁਨੀਆ ਦੇ ਹਿਸਾਬ ਨਾਲ ਆਪਦੇ ਰਿਲੀਜਨ ਨੂੰ ਇੰਟਰਪ੍ਰੇਟ ਕਰਕੇ ਚੱਲੋਗੇ, ਜਿਹਦੇ ਵਿੱਚ ਉਹ ਇਹ ਸਾਰਾ ਕੁਝ ਕਰ ਰਹੇ ਆ। ਤੁਸੀਂ ਇਹ ਵੇਖੋ ਕਿ ਵੀ ਉਹਨਾਂ ਦੀ ਜਿਹੜੀ ਲੋਕਪ੍ਰਿਯਤਾ ਹੀ ਹੋਊਗੀ ਨਾ ਉੱਥੇ, ਕਿ ਜਿਹੜੇ ਉਹ ਆਰਾਮ ਨਾਲ ਵਧੇ ਆਏ, ਉਹਨਾਂ ਨੂੰ ਕੋਈ ਕਿਲਿੰਗਸ ਨਹੀਂ ਕਰਨੀਆਂ ਪਈਆਂ, ਉਹ ਮਾਰ ਨਹੀਂ ਰਹੇ ਲੋਕਾਂ ਨੂੰ। ਈਵਨ ਕਾਬੁਲ ਦੇ ਵੀ ਉਹ ਬਾਹਰ ਆ ਕੇ ਰੁਕ ਗਏ। ਤੇ ਬੜਾ ਇਹ ਪੁਰਾਣਾ ਟਰਾਈਡ ਆਊਟ ਮੈਥਡ ਹੈ ਕਿ ਵੀ ਇੰਨਾ ਕੁ ਪ੍ਰੈਸ਼ਰ ਪਾ ਦਿਓ ਤਾਂ ਕਿ ਐਨਮੀ ਆਪ ਹੀ ਨਿਕਲ ਜੇ ਲੜਨ ਦੀ ਬਜਾਏ, ਉਹਨੂੰ ਓਪਨ ਦੇ ਦਿਓ। ਤੇ ਪ੍ਰੈਜ਼ੀਡੈਂਟ ਨੂੰ ਵੀ ਉਹਨਾਂ ਨੇ ਓਪਨ ਸਪੇਸ ਦਿੱਤੀ ਤੇ ਉਹ ਤਾਜਿਕਸਤਾਨ ਚਲੇ ਗਏ ਉਹਨਾਂ ਦੇ ਪ੍ਰੈਜ਼ੀਡੈਂਟ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹਨਾਂ ਨੇ ਇੱਕ ਪ੍ਰੈਗਮੈਟਿਕ ਡਿਪਲੋਮੈਸੀ ਵੀ ਕੀਤੀ ਹੈ ਕਿ ਰਸ਼ੀਆ ਤੇ ਹੋਰ ਫੋਰਸਿਸ ਨੇ ਬੈਕਡੋਰ ਦੇ ਉੱਤੇ ਇਹ ਨੈਗੋਸੀਏਸ਼ਨਸ ਕਰਵਾਈਆਂ ਹੋਣਗੀਆਂ ਕਿ ਵੀ ਇਹ ਲੋਕ ਨਿਕਲ ਜਾਣਗੇ ਇੱਥੇ ਤੇ ਤੁਸੀਂ ਪਾਵਰ ਟੇਕ ਓਵਰ ਕਰ ਲਓ। ਕੋਈ ਕਿਲਿੰਗ ਨਹੀਂ ਹੋਈ, 5 ਬੰਦੇ ਕਾਬੁਲ 'ਚ ਮਰੇ ਆ, ਪਰ ਉਹ ਸਟੈਂਪੀਡ 'ਚ ਮਰੇ ਆ ਗੋਲੀ ਨਾਲ। ਯਾਨੀ ਪਰਦੇ ਦੇ ਪਿੱਛੇ ਟਰੈਕ ਟੂ ਥਿਊਰੀ 'ਚ ਚਾਈਨਾ ਤੇ ਰਸ਼ੀਆ ਹੋਣਗੇ, ਯਾਨੀ ਵੈਸਟ ਨਹੀਂ ਹੋਏਗਾ। ਰਸ਼ੀਆ ਤਾਂ ਡੈਫੀਨੇਟਲੀ ਹੈ, ਬਿਕੋਜ਼ ਇਸ ਗੱਲ ਤੋਂ ਸਾਬਤ ਆ ਕਿ ਵੀ ਜਿਹੜੇ ਅਬਦੁਲ ਗਨੀ ਆ ਉਹ ਤਾਜਿਕਸਤਾਨ ਗਏ ਆ, ਉਹ USA ਨਹੀਂ ਗਏ। ਸੋ ਨੈਚੁਰਲ ਆ ਕਿ ਉਹਨਾਂ ਨੂੰ ਸੇਫ ਸੈਂਕਚੁਰੀ ਜਿਹੜੀ ਉੱਥੇ ਦਿੱਤੀ ਆ। ਫਿਰ ਅਬਦੁੱਲਾ ਜਿਹੜੇ ਹੈਗੇ ਆ ਉਹਦੇ ਆਪਣਾ ਨਾਰਦਰਨ ਅਲਾਇੰਸ ਦੇ ਪੁਰਾਣੀ ਬੜੀ ਵੱਡੀ ਫੋਰਸ ਆ, ਉਹ ਹਲੇ ਤੱਕ ਨਹੀਂ ਗਏ। ਤਾਂ ਇਹ ਤੋਂ ਸਾਫ਼ ਜ਼ਾਹਰ ਹੈ ਕਿ ਵੀ ਇਹ ਰਸ਼ੀਆ ਜਿਹੜਾ ਹੈਗਾ ਉਹਦੇ 'ਚ ਬਹੁਤ ਪ੍ਰੋਮੀਨੈਂਟ ਰੋਲ ਪਲੇ ਕੀਤਾ ਉੱਥੇ ਕਿ ਕਿਸ ਤਰੀਕੇ ਨਾਲ ਇਹਨੂੰ ਸਟੇਬਲਾਈਜ਼ ਕੀਤਾ ਜਾ ਸਕੇ। ਬਿਕੋਜ਼ ਸਟੇਬਲਾਈਜ਼ ਕਰਨਾ ਸਭ ਤੋਂ ਇੰਪੋਰਟੈਂਟ ਸੀ ਰਸ਼ੀਆ ਤੇ ਚਾਈਨਾ ਵਾਸਤੇ ਅਫਗਾਨਿਸਤਾਨ ਨੂੰ। ਵੇਅਰਐਜ਼ USA ਸੋਚ ਕੇ ਛੱਡ ਕੇ ਗਿਆ ਸੀਗਾ, ਜਾਂ ਇਹ ਬੈਕ ਹੈਂਡ ਉਹਨਾਂ ਦੇ ਸੀਗੇ ਕਿ ਇੱਥੇ ਬਹੁਤ ਵੱਡੀ ਸਿਵਲ ਵਾਰ ਹੋ ਜੂ ਤੇ ਮੈਸ ਹੋ ਜੂਗਾ, ਤੇ ਮੈਸ 'ਚੋਂ ਆਪਾਂ ਇੱਕ ਵਾਰੀ ਪਾਸੇ ਹੋ ਜਾਂਦੇ, ਲੇਟਰ ਔਨ ਵੇਖਦੇ ਹਾਂ ਕਿ ਕੀ ਹੋ ਜੂ। ਤੇ ਦੂਜੇ ਪਾਸੇ ਪੂਰੀ ਦੁਨੀਆ ਦੇ ਉੱਤੇ ਜੇ ਆਪਾਂ ਇਸ ਘਟਨਾ ਨੂੰ, ਕਿਉਂਕਿ ਸਾਰਾ ਇੰਟਰਨੈਸ਼ਨਲ ਮੀਡੀਆ ਇਹਨੂੰ ਕਵਰ ਕਰ ਰਿਹਾ, ਸਾਡਾ ਮੀਡੀਆ ਵੀ ਸਾਰਾ ਕਵਰ ਕਰ, ਇਹਦਾ ਇੰਪੈਕਟ ਕੀ ਪਏਗਾ ਏਸ਼ੀਆ ਦੇ ਉੱਤੇ ਜਾਂ ਪੂਰੀ ਦੁਨੀਆ ਦੇ ਉੱਤੇ? ਪਹਿਲਾਂ ਤਾਂ ਆਪਾਂ ਭਾਰਤ ਦੇ ਹਿਸਾਬ ਨਾਲ ਲੈ ਲਈਏ ਜਾਂ ਦੱਖਣੀ ਏਸ਼ੀਆ ਤੇ। ਦੱਖਣੀ ਏਸ਼ੀਆ ਤੇ ਆਪਾਂ ਪਿਛਲੀ ਵਾਰ ਵੀ ਜਿਵੇਂ ਗੱਲਬਾਤ ਕੀਤੀ ਸੀ ਕਿ ਬਾਰਡਰਸ ਹਾਰਡ ਹੋ ਜਾਣਗੇ। ਤੇ ਜੇ ਅਸੀਂ ਪੰਜਾਬ ਨੂੰ ਜਾਂ JNK ਵਾਲਾ ਇਲਾਕਾ, ਸੌਰੀ ਆਪਣਾ ਕਸ਼ਮੀਰ ਵਾਲਾ ਇਲਾਕਾ ਲੈ ਲਈਏ ਤੇ ਪੰਜਾਬ ਨੂੰ ਲੈ ਲਈਏ, ਤਾਂ ਹੁਣ ਇਹ ਜਿਹੜਾ ਏਰੀਆ ਇਹ ਤਕਰੀਬਨ 3 ਪਾਸਿਓਂ ਮਤਲਬ ਐਨਮੀ ਨਾਲ, ਭਾਰਤ ਦੇ ਜਿਹੜੇ ਐਨਮੀਜ਼ ਆ ਉਹਨਾਂ ਨਾਲ ਘਿਰ ਗਿਆ, ਤੇ ਬਾਰਡਰ ਹਾਰਡ ਹੋਣਗੇ, ਪ੍ਰੈਸ਼ਰ ਵਧੂਗਾ ਇੱਥੇ। ਚੀਨ ਦਾ ਦਬਾਅ ਵੀ ਵਧੂਗਾ, ਅਫਗਾਨਿਸਤਾਨ ਉਹਨਾਂ ਦੀ ਪੋਕਟ 'ਚ ਗਿਆ ਤਾਂ ਉਹਦੇ ਨਾਲ, ਜਾਂ ਅਫਗਾਨਿਸਤਾਨ ਉਹਨਾਂ ਨੇ ਅਲਾਈਨ ਕੀਤਾ ਤਾਂ ਪਾਕਿਸਤਾਨ ਨੂੰ ਇੱਕ ਡੀਪ ਸਟ੍ਰੈਟੇਜਿਕ ਡੈਪਥ ਮਿਲਦੀ ਹੈ ਅਫਗਾਨਿਸਤਾਨ ਨਾਲ, ਪਿਛਾਂਹ ਜਾ ਸਕਦਾ ਜਿਹਦੇ 'ਚ ਉਹਨਾਂ ਦੀਆਂ ਫੋਰਸਿਸ, ਤਾਂ ਉਹਨਾਂ ਨੂੰ ਇੱਕ ਬਹੁਤ ਵੱਡਾ ਐਸੈਟ ਮਿਲ ਗਿਆ। ਤਾਂ ਇਹ ਸਾਰੀਆਂ ਫੋਰਸਿਸ ਇਸ ਟਾਈਮ ਭਾਰਤ ਦੇ ਅਗੇਂਸਟ ਅਲਾਈਨ ਹੋ ਗਈਆਂ ਇੱਥੇ, ਤਾਂ ਬਾਰਡਰਸ ਹਾਰਡ ਹੋ ਜਾਣਗੇ। ਜੇ ਭਾਰਤ ਦੀ ਨੀਤੀ ਪ੍ਰੈਜ਼ੈਂਟ ਨੀਤੀ ਰਹੀ ਅਮਰੀਕਾ ਨਾਲ ਅਲਾਈਨ ਹੋ ਕੇ ਚੱਲਣ ਦੀ, ਤਾਂ ਇਹ ਹੋਰ ਹਾਰਡਨੈਸ ਇੱਥੇ ਹੁੰਦੀ। ਪਰ ਪਾਕਿਸਤਾਨ ਤਾਂ ਇਹ ਕਹਿ ਰਿਹਾ ਹੈਗਾ ਕਿ ਜੇ ਸਾਨੂੰ ਕਹਿੰਦੇ ਅਸੀਂ ਵਿੱਚ ਪੈਂਦੇ ਇਸ ਗੱਲ ਦੇ, ਸਾਡੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਅਮਰੀਕਾ ਨੇ। ਹਾਂ, ਉਹ ਅਮਰੀਕਾ ਨਾਰਾਜ਼ ਇਸ ਗੱਲ ਤੋਂ ਨਾਰਾਜ਼ ਨੇ ਪਾਕਿਸਤਾਨ ਵਾਲੇ ਅਮਰੀਕਾ ਨਾਲ। ਉਹ ਵੇਖੋ, ਇਹ ਨਾਰਾਜ਼ਗੀਆਂ ਸਟੇਟਮੈਂਟਸ ਹੁੰਦੀਆਂ ਜਿਹੜੇ ਸਟ੍ਰੈਟੇਜਿਕ ਇੰਟਰਸਟ ਸੀਗੇ, ਰਣਨੀਤਿਕ ਇੰਟਰਸਟ ਸੀਗੇ ਅਮਰੀਕਾ ਦੇ ਤੇ ਪਾਕਿਸਤਾਨ ਦੇ, ਇਸ ਟਾਈਮ ਬਿਲਕੁਲ ਇੱਕ ਦੂਜੇ ਦੇ ਆਪੋਜ਼ਿਟ ਖੜੇ ਹੈਗੇ ਆ। ਪਾਕਿਸਤਾਨ ਕਿਸੇ ਹੱਦ ਤੱਕ ਵੀ, ਜਿਹੜਾ ਪਾਕਿਸਤਾਨ ਦਾ ਜਿਹੜਾ ਸਟ੍ਰੈਟੇਜਿਕ ਇੰਟਰਸਟ ਇਹ ਆ ਕਿ ਮਿਲਟਰੀ ਇਨਫਲੂਐਂਸ ਉਹਦਾ ਪਸ਼ਤੂਨ ਇਲਾਕੇ ਦੇ ਅਫਗਾਨਿਸਤਾਨ 'ਚ ਰਹਿਣਾ ਚਾਹੀਦਾ ਹੈ। ਰਸ਼ੀਆ ਦਾ ਇਹ ਸਟ੍ਰੈਟੇਜਿਕ ਇੰਟਰਸਟ ਆ ਕਿ ਜਿਹੜਾ ਨਾਰਦਰਨ ਇਲਾਕਾ ਹੈਗਾ, ਜਿਹੜਾ ਤਾਜਿਕਸਤਾਨ ਦੇ ਨਾਲ ਲੱਗਦਾ, ਉੱਥੇ ਰਸ਼ੀਅਨ ਇਨਫਲੂਐਂਸ ਰਹਿਣਾ ਚਾਹੀਦਾ ਹੈ। ਚਾਈਨਾ ਦਾ ਇਹ ਸਟ੍ਰੈਟੇਜਿਕ ਇੰਟਰਸਟ ਆ ਕਿ ਜਿਹੜਾ ਇਕਨੋਮਿਕ ਇੰਟਰਸਟ ਹੈਗਾ ਜਿਹੜਾ ਅਫਗਾਨਿਸਤਾਨ ਦੇ ਵਿੱਚ, ਉਹ ਚੀਨ ਦਾ ਰਹਿਣਾ ਚਾਹੀਦਾ, ਬਿਕੋਜ਼ ਉੱਥੇ 2 ਮੁਕਾਬਲੇ ਹੋ ਰਹੇ ਸੀ ਵੱਡੇ। ਇੱਕ ਤਾਂ ਜਿਹੜਾ ਚੀਨ ਦਾ ਆਪਾਂ ਸਿਲਕ ਰੂਟ ਜਾਂ BRI ਨੈਟਵਰਕ ਕਹਿੰਦੇ, ਉਹ ਅਫਗਾਨਿਸਤਾਨ 'ਚੋਂ ਕੱਢ ਕੇ ਯੂਰਪ 'ਚ ਪਹੁੰਚਣਾ ਉਹਨਾਂ ਨੇ। ਦੂਸਰਾ ਨਾਲ ਦੀ ਨਾਲ ਅਮਰੀਕਾ ਸੈਂਟਰਲ ਏਸ਼ੀਆ 'ਚੋਂ ਇੱਕ ਅਲੱਗ ਰੂਟ ਬਣਾ ਰਿਹਾ ਸੀ, ਅੱਜ ਉਹ ਰੂਟ ਖਤਮ ਹੋ ਗਿਆ ਤੇ ਚਾਈਨੀਜ਼ ਰੂਟ ਚੱਲੂਗਾ। ਸੋ ਇਹ ਆਉਣ ਵਾਲੇ ਵਰਲਡ ਗਲੋਬਲ ਆਰਡਰ ਵਾਸਤੇ ਬਹੁਤ ਵੱਡਾ ਚੇਂਜ ਆ ਜੀ। ਜੇ ਇਹਨੂੰ ਸਸਟੇਨ ਕਰ ਜਾਂਦੇ, ਜੇ ਉੱਥੇ ਸਟੇਬਲਾਈਜ਼ ਕਰ ਜਾਂਦਾ 3-4 ਮੁਲਕ ਰਲ ਕੇ, ਤਾਂ ਆਪਾਂ ਇਹ ਕਹਿ ਸਕਦੇ ਹਾਂ, ਵੇਖੋ ਇੱਕੋ ਰਾਤਾਂ 'ਚ ਤਾਂ ਕੁਛ ਹੁੰਦਾ ਨਹੀਂ, ਪਰ ਓਵਰ ਡੈਕੇਡਸ ਹੀ, ਫਿਊ ਡੈਕੇਡਸ ਹੀ ਤੁਸੀਂ ਵੇਖੋਗੇ ਵਰਲਡ ਪਾਵਰ ਦੇ ਵਿੱਚ ਇੱਕ ਮੇਜਰ ਸ਼ਿਫਟ ਆਊਗੀ। ਪੰਜਾਬ ਦੇ ਉੱਤੇ ਜੇ ਸਪੈਸੀਫਿਕ ਗੱਲ ਕਰੀਏ ਆਪਾਂ, ਪੰਜਾਬ ਦੇ ਉੱਤੇ ਕੀ ਅਸਰ ਪਏਗਾ? ਭਾਰਤੀ ਪੰਜਾਬ ਤੇ ਆਪਾਂ ਮੋਟਾ ਜੇ ਅਸਰ ਲਾਈਏ ਤਾਂ ਜੀ, ਆਪਣਾ ਜਿਹੜਾ ਪਾਕਿਸਤਾਨ ਦੇ ਨਾਲ ਆ ਬਾਰਡਰ ਹੋਰ ਹਾਰਡ ਹੋ ਜਾਊਗਾ। ਚੀਨ ਦਾ ਦਬਾਅ ਦੀ ਸ਼ੈਡੋ ਵੀ ਪੈਣ ਲੱਗ ਜੂਗੀ ਇਹਦੇ ਤੇ, ਬਿਕੋਜ਼ ਉਹ ਲੇਹ ਦੇ ਨੇੜੇ ਖੜੇ ਆ। ਤੇ ਉਹਦੇ ਨਾਲ ਇੱਕ ਪਾਸੇ ਤਾਂ ਇਹ ਆ ਕਿ ਵੀ ਆਪਾਂ ਇਹ ਕਹਿ ਸਕਦੇ ਕਿ ਇੱਥੇ ਥੋੜ੍ਹਾ ਜਿਹਾ ਸਿਕਿਉਰਿਟੀ ਫੋਰਸਿਸ ਦਾ ਤੇ ਹੋਰ ਇੰਟੈਲੀਜੈਂਸ ਏਜੰਸੀਜ਼ ਦਾ ਦਬਾਅ ਆਪਣੇ ਮੂਵ ਇੱਥੇ ਪਊਗਾ। ਬਟ ਨਾਲ ਇਹ ਆ ਕਿ ਵੀ ਭਾਰਤ ਵਾਸਤੇ ਵੀ ਇਸ ਖਿੱਤੇ ਨੂੰ
ਇੱਥੋਂ ਦੇ ਗ੍ਰੀਵੈਂਸਿਸ ਖਤਮ ਕਰਨੀਆਂ, ਇੱਥੋਂ ਦੇ ਲੋਕਾਂ ਨੂੰ ਸ਼ਾਂਤਮਈ ਰੱਖਣਾ, ਭਾਰਤ ਦੇ ਨਾਲ ਲਾਇਲ ਰੱਖਣਾ ਹੋਰ ਵੀ ਇੰਪੋਰਟੈਂਟ ਹੋ ਜਾਊਗਾ, ਬਹੁਤ ਕ੍ਰਿਟੀਕਲ ਹੋ ਜਾਊਗਾ ਜੀ। ਤੇ ਜੇ ਕਿਸੇ ਤਰੀਕੇ ਦੀ ਇੱਥੋਂ ਦੀਆਂ ਗ੍ਰੀਵੈਂਸਿਸ ਆ ਲੋਕਾਂ ਦੀਆਂ ਉਹ ਦੂਰ ਕਰਨੀਆਂ ਪੈਣਗੀਆਂ, ਤੇ ਇੰਡਸਟਰੀ ਦੇ ਉੱਤੇ ਵੀ ਇੱਥੇ ਉਹਨਾਂ ਨੂੰ ਫੋਕਸ ਬਹੁਤ ਕਰਨਾ ਪਊ, ਬਿਕਾਜ਼ ਇੰਡਸਟਰੀ ਦੋ ਕੰਮਾਂ ਵਾਸਤੇ ਚਾਹੀਦੀ ਹੋਊਗੀ। ਪਹਿਲੀ ਤਾਂ ਇੰਡਸਟਰੀ ਇਸ ਕਰਕੇ ਚਾਹੀਦੀ ਹੈ ਕਿ ਲੋਕਾਂ ਨੂੰ ਇੰਪਲੋਇਮੈਂਟ ਮਿਲੇ, ਅਨਇੰਪਲੋਇਡ ਲੋਕ ਕਿਸੇ ਵੀ ਐਡਵੈਂਚਰਿਜ਼ਮ 'ਚ ਜਾ ਸਕਦੇ ਆ। ਦੂਸਰੀ ਗੱਲ ਹੈ ਇੱਥੇ ਇੰਡਸਟਰੀ ਤੁਹਾਨੂੰ ਇਸ ਕਰਕੇ ਵੀ ਚਾਹੀਦੀ ਹੋਊਗੀ ਕਿ ਬਿਕਾਜ਼ ਤੁਸੀਂ ਬਾਰਡਰ ਦੇ ਨੀਅਰੈਸਟ, ਜੇ ਤੁਹਾਨੂੰ ਕਿਤੇ ਕੱਲ੍ਹ ਨੂੰ ਬਾਈ ਚਾਂਸ ਕੋਈ ਐਡਵੈਂਚਰਿਜ਼ਮ ਹੋ ਜਾਂਦਾ ਦੂਜੀ ਕੰਟਰੀ ਤੋਂ ਜਾਂ ਕੋਈ ਹਮਲਾ ਹੋ ਜਾਂਦਾ ਤਾਂ ਉਹਦੇ ਵਾਸਤੇ ਤੁਹਾਡੇ ਕੋਲ ਨੀਅਰੈਸਟ ਇੰਡਸਟਰੀ ਹੋਣੀ ਚਾਹੀਦੀ ਹੈ, ਫੂਡ ਪ੍ਰੋਸੈਸਿੰਗ ਹੋਣੀ ਚਾਹੀਦੀ ਆ। ਤੇ ਸਪੈਸ਼ਲੀ ਚਾਈਨੀਜ਼ ਬਾਰਡਰ ਜਿਹੜਾ ਕਿ ਜਿੱਥੇ ਲੌਜਿਸਟਿਕ ਸਪਲਾਈ ਇੱਥੋਂ ਜਾਣੀ ਹੈ, ਕਸ਼ਮੀਰ ਨੂੰ ਲੌਜਿਸਟਿਕ ਸਪਲਾਈ ਇੱਥੋਂ ਜਾਣੀ ਹੈ, ਤਾਂ ਇਸ ਏਰੀਆ ਨੂੰ ਇਨਫਰਾਸਟਰਕਚਰ ਬੈਸਟ ਚਾਹੀਦਾ ਹੋਊਗਾ, ਇਹਨੂੰ ਇੰਡਸਟਰੀ ਚਾਹੀਦੀ ਹੋਊਗੀ, ਫੂਡ ਪ੍ਰੋਸੈਸਿੰਗ ਚਾਹੀਦੀ ਹੋਊਗੀ, ਤੇ ਲੋਕਾਂ ਨੂੰ ਰੁਜ਼ਗਾਰ ਦੇਣੀ ਪਊਗੀ। ਇੰਟਰਨਲ ਕਨਫਲਿਕਟ 'ਚੋਂ ਤੁਸੀਂ ਕਹਿੰਦੇ ਮੰਨ ਲਓ ਇੱਕ ਪਾਸੇ ਤਾਲਿਬਾਨਾਂ ਦੀਆਂ ਘਟਨਾਵਾਂ ਅਫਗਾਨਿਸਤਾਨ 'ਚ, ਦੂਜੇ ਪਾਸੇ ਇੰਡੀਆ 'ਚ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ, ਤਾਂ ਇਹਦਾ ਸੋਲੂਸ਼ਨ ਜਲਦੀ ਨਿਕਲ ਸਕਦਾ? ਸਰਕਾਰ ਚਾਹੇਗੀ ਕਿ ਬਾਰਡਰ ਏਰੀਏ ਜਿੱਥੇ ਵੀ ਕੋਈ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਨਿਬੇੜਿਆ ਜਾਵੇ? ਹਾਂ, ਡੈਫੀਨੇਟਲੀ ਜੀ, ਬਿਕਾਜ਼ ਇਸ ਖਿੱਤੇ ਦੇ ਸਪੈਸ਼ਲੀ ਪੰਜਾਬ ਤੇ ਹਰਿਆਣੇ ਦਾ ਬਹੁਤ ਜ਼ਿਆਦਾ ਯੂਥ ਆਲਰੇਡੀ ਫੋਰਸਿਸ 'ਚ ਆ ਜਿਹਨੇ ਉੱਥੇ ਲੜਨਾ ਹੈ। ਸੈਕੰਡਲੀ ਇਹ ਬੜੀ ਸਟ੍ਰੈਟਜਿਕ ਲੋਕੇਸ਼ਨ ਵੀ ਹੈ, ਤੁਸੀਂ ਵੇਖੋ ਕਿ ਸਾਰੇ ਆਸੇ-ਪਾਸੇ ਘੁੰਮ ਕੇ ਆ ਕੇ ਇਹੀ ਇੱਕ ਹੁਣ ਪੁਆਇੰਟ ਰਹਿ ਗਿਆ ਜਿੱਥੇ ਪੂਰਾ ਫੋਰਸ ਨੇ ਕਨਵਰਜ ਹੋ ਜਾਣਾ ਸਾਰੀਆਂ ਨੇ। ਤਾਂ ਇਸ ਇਲਾਕੇ ਨੂੰ ਸ਼ਾਂਤ ਰੱਖਣਾ ਤੇ ਭਾਰਤ ਵਾਸਤੇ ਲਾਇਲ ਰੱਖਣਾ ਤੇ ਇੱਥੇ ਇਨਫਰਾਸਟਰਕਚਰ ਨੂੰ ਪ੍ਰੋਪਰ ਰੱਖਣਾ, ਇਹ ਬਹੁਤ ਇੰਪੋਰਟੈਂਟ ਹੋ ਜਾਊਗਾ ਇੰਡੀਅਨ ਸਟ੍ਰੈਟੇਜਿਕ ਇੰਟਰਸਟਸ ਵਾਸਤੇ। ਜਿਵੇਂ ਨਿਤਸ਼ੇ ਕਹਿੰਦਾ ਹੈਗਾ ਕਿ ਜ਼ਿੰਦਗੀ ਤੋਂ, ਹਾਲਾਂਕਿ ਬੜੀ ਸਖਤ ਸਟੇਟਮੈਂਟ ਆ ਨਿਤਸ਼ੇ ਦੀ, ਕਿ ਜਦੋਂ ਯੁੱਧ ਖਤਮ ਹੋ ਜਾਣਗੇ ਤਾਂ ਰੌਚਕਤਾ ਖਤਮ। ਇੱਕ ਨਵਾਂ ਯੁੱਧ ਆਇਆ ਤਾਂ ਉਹਨੇ ਪੂਰੀ ਦੁਨੀਆ ਦੀ ਰਾਜਨੀਤੀ ਨੂੰ ਬੜਾ, ਮੈਂ ਦੇਖ ਰਿਹਾ ਪੂਰੀ ਦੁਨੀਆ 'ਚ ਰਾਜਨੀਤਿਕ ਟਿੱਪਣੀਆਂ ਹੋ ਰਹੀਆਂ ਨੇ, ਪੂਰੀ ਦੁਨੀਆ 'ਚ ਇੱਕ ਨਵੀਂ ਤਰ੍ਹਾਂ ਦੇ ਨਾਲ ਰਾਜਨੀਤੀ ਨੂੰ ਰੀਡ ਕੀਤਾ ਜਾ ਰਿਹਾ, ਖਾਸ ਤੌਰ 'ਤੇ ਏਸ਼ੀਆ ਦੇ ਅੰਦਰ ਜਾਂ ਕਹਿ ਦਈਏ ਦੱਖਣੀ ਏਸ਼ੀਆ ਦੇ ਉੱਤੇ ਕਮੈਂਟ ਹੋ ਰਹੇ ਨੇਗੇ। ਉਹ ਕੀ ਹੋ ਰਿਹਾ ਹੈਗਾ, ਤੁਸੀਂ ਵੀ ਦੇਖ ਰਹੇ ਹੋਵੋਗੇ, ਪੜ੍ਹ ਰਹੇ ਹੋਵੋਗੇ, ਕੌਣ ਕਿਵੇਂ ਦੇਖ ਰਿਹਾ ਇਹਨੂੰ? ਮੈਂ ਜਿਹੜੀ ਫਾਲਆਊਟਸ ਸਮਝਦਾ ਜੀ, ਦੋ ਫਾਲਆਊਟਸ ਆ। ਇੱਕ ਤਾਂ ਯੂਰਪੀਅਨ ਜਿਹੜੀ ਪਾਵਰ ਉਹ ਰੀਅਲਾਈਨ ਹੋਊਗੀ ਬਹੁਤ ਤਰੀਕੇ ਨਾਲ। ਉਹ ਪਹਿਲਾਂ USA ਦੇ ਉੱਤੇ ਡਿਪੈਂਡੈਂਟ ਬਹੁਤ ਸੀ ਤੇ ਉਹ ਹੁਣ ਰੀਅਲਾਈਨ ਹੋਊਗੀ ਚਾਈਨੀਜ਼ ਤੇ ਰਸ਼ੀਅਨ ਐਮਰਜੈਂਸ ਨੂੰ ਵੇਖਦੇ ਹੋਏ। ਤੇ ਇੱਕ ਮਲਟੀਪੋਲਰ ਵਰਲਡ ਜਿਹੜਾ ਅਮਰਜ ਹੋ ਰਿਹਾ ਸੀ ਉਹ ਐਕਚੁਅਲੀ ਅਮਰਜ ਹੋ ਚੁੱਕਿਆ। ਵੈਸੇ ਇਹ ਕਿਹਾ ਜਾਂਦਾ ਕਿ ਯੂਨੀਪੋਲਰ ਵਰਲਡ ਹੋਵੇ ਤਾਂ ਵੀ ਲੜਾਈਆਂ ਖਤਮ ਹੋ ਜਾਣਗੀਆਂ, ਜਿਵੇਂ ਐਂਡ ਆਫ ਹਿਸਟਰੀ ਫੂਕੂਨਾਮਾ ਕਿਹਾ, ਜਾਂ ਉਹ ਸਾਰਿਆਂ ਨੇ ਕਿਹਾ ਵੀ ਹੁਣ ਤਾਂ ਵੀ ਲੜਾਈਆਂ ਖਤਮ ਹੀ ਹੋ ਜਾਣਗੀਆਂ। ਪਰ ਐਕਚੁਅਲੀ ਨਾ ਜੀ ਮਲਟੀਪੋਲਰ ਵਰਲਡ ਆ ਜਿਹੜੀਆਂ ਲੜਾਈਆਂ ਖਤਮ ਕਰਦਾ, ਕਿਉਂਕਿ ਉਹਦੇ ਨਾਲ ਜਿਹੜੀਆਂ ਪ੍ਰੋਕਸੀ ਫਾਈਟਸ ਹੁੰਦੀਆਂ, ਛੋਟੀਆਂ ਲੜਾਈਆਂ ਹੁੰਦੀਆਂ, ਉਹ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇਹਦੇ 'ਤੇ ਬਹੁਤ ਅੱਛੀ ਡਾਕਟਰਾਈਨ ਵੀ ਦਿੱਤੀ ਹੈ, ਇੱਕ ਪ੍ਰੇਮੋਕੋਵ ਡਾਕਟਰਾਈਨ ਕਹਿੰਦੇ ਆ ਰਸ਼ੀਆ ਦੇ, ਕਿ ਵੀ ਮਲਟੀਪੋਲਰ ਵਰਲਡ ਹੋਣਾ ਚਾਹੀਦਾ। ਇੱਕ ਤਾਂ ਇਹ ਇਹਦਾ ਅਸਰ ਪਊਗਾ ਕਿ ਇਹ ਵਰਲਡ ਜਿਹੜਾ ਆਪਣਾ ਮਲਟੀਪੋਲਰ ਹੋ ਜੂ। ਦੂਸਰਾ ਜਿਹੜਾ ਮੋਟਾ ਅਸਰ ਇਹ ਪਊਗਾ ਕਿ ਵੀ ਸਾਡੇ ਜਿਹੜਾ ਹੈਗਾ ਜਿਹੜੇ ਇਹ ਇੱਕ ਤਰ੍ਹਾਂ ਇੱਕ ਮਾਡਰਨ ਸਟੇਟ ਦੀ ਜਿੱਤ ਨਾਲੋਂ ਇੱਕ ਪੁਰਾਣੀ ਸਮਝ ਲਓ ਇੱਕ ਧਾਰਮਿਕ ਥੀਓਕ੍ਰੈਟਿਕ ਸਟੇਟ ਬਣ ਰਹੀ ਹੈ। ਬਟ ਥੀਓਕ੍ਰੈਟਿਕ ਸਟੇਟ, ਜਿਵੇਂ ਤੁਸੀਂ ਗੱਲ ਆਖੀ ਕਿ ਥੀਓਸਟੈਟਿਕ ਸਟੇਟ ਇੱਕ ਨਵੀਂ ਦਿੱਖ ਲਿਆ ਕੇ ਦੇ ਰਹੀ ਆ, ਕਿ ਉਹ ਮਾਡਰਨ ਇੰਟਰਪ੍ਰੀਟੇਸ਼ਨ ਦੇ ਰਹੀ ਹੈ ਕਿ ਲਾਈਫ ਵਾਸਤੇ, ਕਿ ਤੁਸੀਂ ਉਹਦੇ ਵਿੱਚ ਵੀ ਮਾਡਰਨ ਥਾਟ, ਜਿਹਨੂੰ ਮਾਡਰਨ ਥਾਟ ਕਹਿੰਦੇ ਆ, ਉਹਦੇ ਨਾਲ ਜਿਉ ਸਕਦੇ ਹੋ ਜਾਂ ਖੁੱਲ੍ਹ ਨਾਲ ਜਿਉ ਸਕਦੇ ਹੋ। ਤਾਂ ਇਹ ਬੜਾ ਵੱਡਾ ਐਕਸਪੈਰੀਮੈਂਟ ਹੋਊਗਾ। ਜੇ ਐਕਸਪੈਰੀਮੈਂਟ ਕਾਮਯਾਬ ਹੁੰਦਾ ਤਾਂ ਆਪਾਂ ਇਹ ਵੇਖਾਂਗੇ ਕਿ ਵੀ ਥੀਓਕ੍ਰੈਟਿਕ ਸਟੇਟਸ ਨੂੰ ਇੱਕ ਹੁਲਾਰਾ ਵੀ ਮਿਲੂਗਾ। ਉਹਨਾਂ ਲਈ ਚੈਲੰਜ ਵੀ ਆ, ਮੰਨ ਲਓ, ਕਿਉਂਕਿ ਸਾਰੀਆਂ ਫੋਰਸਸ ਸਰਗਰਮ ਹੋਈਆਂ ਨੇ, ਇੰਟਰਨੈਸ਼ਨਲੀ ਇੰਨਾ ਲਿਖਿਆ ਜਾ ਰਿਹਾ, ਬੋਲਿਆ ਜਾ ਰਿਹਾ, ਤਾਲਿਬਾਨਾਂ ਦੇ ਮੋਸਟਲੀ ਅਗੇਂਸਟ ਬੋਲਿਆ ਜਾ ਰਿਹਾ, ਅਸੀਂ ਦੇਖ ਰਹੇ ਹਾਂ ਵੈਸਟ ਦੇ ਮੀਡੀਆ 'ਚ ਪਹਿਲਾਂ ਵੀ ਜਾਂ ਬਾਕੀ ਥਾਵਾਂ ਦੇ ਉੱਤੇ ਵੀ। ਤਾਂ ਇਹ ਹੋ ਸਕਦਾ ਕਿ ਤਾਲਿਬਾਨ ਸਰਵਾਈਵ ਨਾ ਕਰਨ? ਸਰਵਾਈਵ ਨਹੀਂ ਕਰਨਗੇ। ਵੈਸਟ ਦਾ ਪੂਰਾ ਜ਼ੋਰ ਲੱਗੂਗਾ ਕਿ ਇਹਨੂੰ ਡੀਸਟੇਬਲ, ਵੈਸਟ ਤੋਂ ਮੇਰਾ ਭਾਵ ਅਮਰੀਕਾ ਦਾ ਪੂਰਾ ਜ਼ੋਰ ਲੱਗੂਗਾ ਇਹਨੂੰ ਡੀਸਟੇਬਲਾਈਜ਼ ਕਰੋ। ਬਿਕੋਜ਼ ਜੇ ਇਸਲਾਮਿਕ ਰਜੀਮ, ਇੱਕ ਥੀਓਕ੍ਰੈਟਿਕ ਸਟੇਟ ਇੱਕ ਬਹੁਤ ਅੱਛਾ ਨਿਜ਼ਾਮ ਦੇ ਦਿੰਦੀ ਹੈ ਅਫਗਾਨਿਸਤਾਨ ਦੇ ਵਿੱਚ, ਇੰਨੀ ਬਲੱਡਸ਼ੈਡ ਤੋਂ ਬਾਅਦ ਇੱਕ ਨਿਜ਼ਾਮ, ਸ਼ਾਂਤੀ ਆ ਜਾਂਦੀ ਹੈ ਤੇ ਬਹੁਤ ਅੱਛਾ ਨਿਜ਼ਾਮ ਹੋ ਜਾਂਦਾ, ਲੋਕ ਸ਼ਾਂਤ ਹੋ ਜਾਂਦੇ ਆ, ਤੇ ਇਹ ਬਹੁਤ ਵੱਡਾ ਚੈਲੰਜ ਬਣ ਜਾਊਗਾ ਵੈਸਟ ਵਾਸਤੇ, ਜਿਨ੍ਹਾਂ ਵਾਸਤੇ ਇਸਲਾਮ ਇੱਕ ਚੈਲੰਜ ਹੈਗਾ ਆਪਦੇ ਆਪ 'ਚ ਆਈਡੀਓਲੋਜੀ। ਜਿਵੇਂ ਮਤਲਬ ਆਪਾਂ ਈਰਾਨ ਦੀ ਗੱਲ ਕਰੀਏ, ਇਸਲਾਮਿਕ ਕ੍ਰਾਂਤੀ ਦੀ, ਹਾਲਾਂਕਿ ਬਾਅਦ 'ਚ ਉੱਥੇ ਹੋਰ ਸਿੱਟੇ ਨਿਕਲੇ, ਕਿ ਉਹ ਅਤੁੱਲਾ ਖਮੇਨੀ ਵਾਲਾ ਦੌਰ ਆ ਜਿਹੜਾ ਹੁਣ ਇਹ ਵੇਖੋ, ਇਹ ਤਾਲਿਬਾਨਾਂ ਨੂੰ ਵੇਖਣਾ ਪਊਗਾ ਕਿ ਕੀ ਇਹ ਜਿਹੜਾ ਰੂਟ ਜਿਹੜਾ ਫੜਿਆ। ਵੇਖੋ ਅਯਤੁੱਲਾ ਖਮੇਨੀ ਤਾਂ ਜਦੋਂ ਆਏ ਸੀ ਉਦੋਂ ਹੀ ਉਹ ਹਾਰਡ ਲਾਈਨ ਆਏ ਸੀ, ਉਹ ਵੈਸਟਰਨ ਵੈਲਿਊਜ਼ ਸੀਗੀਆਂ, ਉੱਥੇ ਵੈਸਟਰਨ ਵੈਲਿਊਜ਼ ਤੋਂ ਡੀਜਨਰੇਸ਼ਨ ਆ ਰਹੀ ਸੀ, ਜਿਹਦੇ ਕਰਕੇ ਉਹ ਉੱਠਿਆ ਸੀ। ਤਾਂ ਇੱਕੋ ਨੈਚੁਰਲ ਹੈਗਾ ਕਿ ਵੀ ਉੱਥੇ ਉਹ ਕੰਜ਼ਰਵੇਟਿਜ਼ਮ ਆ ਗਿਆ, ਨਾਲੇ ਸ਼ੀਆ ਥਾਟ ਜਿਹੜੀ ਸੀਗੀ ਉੱਥੇ ਡੋਮੀਨੈਂਟ ਸੀਗੀ, ਤਾਂ ਉਹ ਉਸ ਤਰੀਕੇ ਦਾ ਕਲਚਰ ਸੀਗਾ। ਹਾਲਾਂਕਿ ਪਰਸ਼ੀਆ ਬਹੁਤ ਪੁਰਾਣਾ ਕਲਚਰਲ ਸੈਂਟਰ ਰਿਹਾ, ਪਰ ਹੁਣ ਤਾਲਿਬਾਨਾਂ ਦੇ ਵਿੱਚ ਇਹ ਵੇਖਣਾ ਪਊਗਾ ਕਿ ਕੀ ਉਹ
ਸਾਰੇ ਇਹ ਜੇ ਵਿਊਜ਼ ਨੂੰ ਜਾਂ ਸਾਰਾ, ਕਿਉਂਕਿ ਵੇਖੋ ਈਰਾਨ ਦੇ ਨਾਲ ਦਾ ਤੇ ਅਫਗਾਨਿਸਤਾਨ ਦਾ ਨਾ ਕਲਚਰਲ ਡਿਫਰੈਂਸ ਬਹੁਤ ਹੈ, ਐਥਨਿਕ ਡਿਫਰੈਂਸ ਬਹੁਤ ਹੈ। ਈਰਾਨ ਇੱਕ ਮੋਨੋਲਿਥਿਕ ਸਟਰਕਚਰ ਆ ਪਰਸ਼ੀਅਨ ਕਲਚਰ ਦਾ, ਜਿਹੜਾ ਅਫਗਾਨਿਸਤਾਨ ਆ ਉਹ ਨੈਚੁਰਲ ਮੁਲਕ ਨਹੀਂ ਗਾ, ਉਹਦੇ 'ਚ ਪਸ਼ਤੂਨ ਵੀ ਆ, ਹਜ਼ਾਰੇ ਵੀ ਆ, ਤਾਜਿਕ ਵੀ ਆ, ਉਜ਼ਬੇਕ ਵੀ ਆ, ਸੋ ਉਹਨਾਂ ਦੀ ਵੈਲਿਊਜ਼ ਅੱਡ-ਅੱਡ ਹੈਗੀਆਂ ਸਾਰਿਆਂ ਦੀਆਂ, ਉਹਨਾਂ ਦਾ ਵੇ ਆਫ ਲਿਵਿੰਗ ਅੱਡ-ਅੱਡ ਆ। ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਦੋਂ ਚੱਲਣਾ ਪਸ਼ਤੂਨਾਂ ਨੇ ਲਾਰਜਲੀ, ਤਾਂ ਉਹਨਾਂ ਨੂੰ ਕਲਚਰਲੀ ਇੱਕ ਇਸ ਤਰੀਕੇ ਦਾ, ਜਿਵੇਂ ਹੁਣ ਉਹ ਅੱਜ ਐਗਜ਼ਿਬਿਟ ਕਰ ਰਿਹਾ ਕਿ ਵੀ ਠੀਕ ਆ, ਸਾਨੂੰ ਜ਼ਰੂਰੀ ਨਹੀਂ ਤੁਸੀਂ ਬੁਰਕਾ ਪਾਓ, ਸਿਰ ਢੱਕੋ, ਇੰਨਾ ਹੀ ਬਹੁਤ ਆ, ਲੜਕੀਆਂ ਨੂੰ ਅਸੀਂ ਕੋਈ ਨਾ ਕੋਈ ਇੰਪਲੋਇਮੈਂਟ ਵੀ ਵੇਖਾਂਗੇ, ਸੋਚਾਂਗੇ, ਹੈ ਕਿਸੇ ਨੂੰ ਮਾਰ ਨਹੀਂ ਰਹੇ, ਵੇਖ ਰਹੇ ਆ ਕਿ ਵੀ ਸਿਰਫ ਸਰਕਾਰੀ ਵੈਪਨ ਸਾਨੂੰ ਜਮ੍ਹਾਂ ਕਰਾ ਦਿਓ, ਦੂਸਰੇ ਰੱਖੋ ਤੁਸੀਂ ਆਪਦੇ ਕੋਲੇ, ਕੋਈ ਜ਼ਿਆਦਾ ਕੋਈ ਕਿਲਿੰਗ ਨਹੀਂ ਹੋਈ, ਕੁਛ ਨਹੀਂ ਹੋਇਆ, ਲੋਕੀ ਲਾਰਜਲੀ ਖੁਸ਼ ਹੈਗੇ ਆ। ਤਾਂ ਠੀਕ ਆ, ਥੋੜ੍ਹਾ ਬਹੁਤ ਦੇਖੋ ਹੁਣ ਜਿਵੇਂ ਦੁਬਈ ਦੇ ਵਿੱਚ ਆ ਜਾਂ ਆਬੂ ਧਾਬੀ ਦੇ ਵਿੱਚ ਆ, ਜੇ ਕਲਚਰ ਤੋਂ ਇਸਲਾਮਿਕ ਕਲਚਰ ਨਜ਼ਰ ਆਉਂਦਾ ਹੈ, ਬਟ ਇੰਨੀ ਟਾਈਟਨੈਸ ਨਹੀਂ। ਇਹ ਨਹੀਂ ਕਿ ਅਫਗਾਨਿਸਤਾਨ ਉਹ ਜਿਹਾ ਹੋ ਜਾਊਗਾ, ਬਟ ਡੈਫੀਨੇਟਲੀ ਇਟ ਵਿਲ ਬੀ ਫਾਰ ਡਿਫਰੈਂਟ ਪਲੇਸ ਦੈਨ ਇਟ ਵਾਟ ਫॉर ਜੋ ਪਹਿਲਾਂ ਸੀਗੀ, ਜਦੋਂ ਪਹਿਲੀ ਵਾਰ ਤਾਲਿਬਾਨ ਆਏ ਸੀ। ਸਿਚੁਏਸ਼ਨ ਇਹਨਾਂ ਤੋਂ ਆਊਟ ਆਫ ਕੰਟਰੋਲ ਹੋ ਗਈ ਸੀ ਜੇ ਆਪਾਂ ਕਹੀਏ USA ਤੋਂ, ਜਾਂ ਜਦੋਂ ਇਹ ਲੱਗ ਰਿਹਾ ਸੀਗਾ, ਦੇਖੋ USA ਕੋਲ ਤਾਂ ਇਨਫੋਰਮੇਸ਼ਨ ਦੇ ਬਹੁਤ ਵੱਡੇ ਸਾਧਨ ਨੇ, ਜਿਹੜੀਆਂ ਦੂਜੀਆਂ ਫੋਰਸਸ ਸੀਗੀਆਂ ਜਿਨ੍ਹਾਂ ਨੇ ਉੱਥੇ ਆਪਦਾ ਕਬਜ਼ਾ ਰੱਖਿਆ, ਜਿਨ੍ਹਾਂ ਦਾ ਇਹ ਇੰਟਰਸਟ ਸੀਗਾ, ਉਹਨਾਂ ਨੇ ਉਹ 20 ਦਿਨਾਂ ਦੇ ਅੰਦਰ ਕਿਉਂ ਕੋਈ ਇਨੀਸ਼ੀਏਟਿਵ ਨਹੀਂ ਲਿਆਗਾ, ਜਾਂ ਉਹਨਾਂ ਦੇ ਕੋਲੇ ਮਤਲਬ ਮੈਂ ਕਹਿੰਦਾ ਕਿ ਉਹਨਾਂ ਦਾ ਸਿਚੁਏਸ਼ਨ ਉਹਨਾਂ ਦੇ ਕੰਟਰੋਲ 'ਚ ਹੀ ਨਹੀਂ ਸੀ, ਯਾਨੀ ਗਨੀ ਦੀ ਮਦਦ ਕਿਉਂ ਨਹੀਂ ਕੀਤੀ, ਜਿਹੜਾ ਦੋਸਤ ਤਬਾਹ ਹੋ ਗਿਆ ਅਮਰੀਕਾ ਦਾ ਦੋਸਤ ਸੀਗਾ ਅਬਦੁਲ ਗਨੀ ਦਾ? ਦੋ ਰੀਜ਼ਨਸ ਆ ਜੀ। ਇੱਕ ਤਾਂ ਆਪਾਂ ਬ੍ਰੌਡਰ ਪਰਸਪੈਕਟਿਵ ਲੈ ਸਕਦੇ ਹਾਂ, ਇੱਕ ਉੱਥੇ ਟੈਕਟੀਕਲ ਸਿਚੁਏਸ਼ਨ ਕੀ ਸੀ। ਟੈਕਟੀਕਲ ਸਿਚੁਏਸ਼ਨ ਉੱਥੇ ਇਹ ਸੀ, ਇਹ ਆਪਣੇ ਵੀ ਪੁਰਾਣੇ ਜ਼ਮਾਨੇ 'ਚ ਹੁੰਦਾ ਰਿਹਾ, ਤੁਸੀਂ ਸੁਣਿਆ ਹੋਣਾ ਵੀ ਘੋੜਿਆਂ ਦੇ ਉੱਤੇ ਠੱਪਾ ਲਾ ਦਿੰਦੇ ਹੁੰਦੇ ਸੀਗੇ, ਜੋ ਗਿਣਦੇ ਹੁੰਦੇ ਸੀ ਜ਼ਗੀਰਦਾਰਾਂ ਦੇ ਘੋੜੇ। ਤਾਂ ਉੱਥੇ ਕੀ ਵਾਰਲੌਰਡਸ ਸੀਗੇ ਜਾਂ ਕੰਟਰੈਕਟਰਸ ਸੀਗੇ, ਠੇਕੇਦਾਰ ਸੀਗੇ, ਜਿਹੜੇ ਉਹਨਾਂ ਨੇ ਅੱਗੇ ਰੱਖੇ ਹੋਏ ਸੀ, ਜਿਨ੍ਹਾਂ ਨੇ ਲੜਨਾ ਸੀਗਾ ਉਹਨਾਂ ਵਾਸਤੇ। ਤਾਂ ਉਹ ਠੇਕੇਦਾਰਾਂ ਨੇ, ਜਿਵੇਂ ਜੇ ਸਮਝ ਲਓ ਵੀ 600 ਬੰਦਾ ਗਣਾਇਆ ਵੇ, ਐਕਚੁਅਲੀ ਉਹਨਾਂ ਕੋਲ 50 ਬੰਦੇ ਆ ਤੇ ਉਹਨਾਂ ਨੇ ਗਿਣਾਤਾ 600। ਤਾਂ ਬੜੀ ਕਰਪਟ ਤੇ ਬੜੀ ਉਸ ਤਰ੍ਹਾਂ ਦੀ ਰਜੀਮ ਸੀਗੀ, ਜਿਹਦਾ ਕੋਈ ਵਿਲ ਵੀ ਨਹੀਂ ਸੀ ਫਾਈਟ ਕਰਨ ਨੂੰ, ਤੇ ਉਹਨਾਂ 'ਚ ਕਰਪਸ਼ਨ ਵੀ ਸੀਗੀ। ਉਹ ਐਕਚੁਅਲੀ ਲੜਾਕੇ ਨਹੀਂ ਸੀ, ਤੇ ਉਹ ਸਸਟੇਨ ਹੀ ਅਮਰੀਕਾ ਦੇ ਉਹਦੇ ਕਰਕੇ ਹੋ ਰਹੇ ਸੀ, ਤੇ ਅਮਰੀਕਾ ਉਹਨੂੰ ਕੋਈ ਬਿਲਡਅਪ ਵੀ ਨਹੀਂ ਕਰ ਸਕਿਆ ਚੰਗੀ ਫੋਰਸ। ਅਮਰੀਕਾ ਨੇ ਕਿਉਂ ਨਹੀਂ ਬਿਲਡਅਪ ਕੀਤਾ? ਕਿ ਉਹ ਕਲਚਰਲੀ, ਇਹ ਤਾਂ ਨਹੀਂ ਹੋ ਸਕਦਾ ਨਾ ਵੀ ਇੱਕ ਸੈੱਟ ਆਫ ਪਠਾਨ ਪਤਾ ਨਾ ਹੋਵੇ ਜਾਂ ਇੱਕ ਸੈੱਟ ਆਫ ਪਠਾਨ ਬਿਲਟਅਪ ਹੋ ਸਕਦੇ ਆ ਤੇ ਦੂਜੇ ਸੈੱਟ ਆਫ ਪਠਾਨ ਜਾਂ ਇੱਕ ਅਫਗਾਨ ਨਹੀਂ ਬਿਲਟਅਪ ਹੋ ਸਕਦੇ, ਇਹ ਤਾਂ ਨਹੀਂ ਹੋ ਸਕਦਾ। ਬੰਦੇ ਤਾਂ ਸਟਾਕ ਇੱਕੋ ਚ ਹੋਈ ਆ ਨਾ ਉਹ। ਤਾਂ ਕਿਉਂ ਨਹੀਂ ਹੋਇਆ, ਉਹ ਆਪਾਂ ਨੂੰ ਲੇਟਰ ਔਨ ਕਿਤੇ ਪਤਾ ਲੱਗੂ। ਇੰਟੈਂਸ਼ਨਲੀ ਨਹੀਂ ਕੀਤਾ ਉਹਨਾਂ ਨੇ ਕਿ ਵੀ ਜ਼ਿਆਦਾ ਟ੍ਰੇਨਡ ਨਾ ਹੋ ਜਾਣ, ਕਿ ਉਹ ਸੋਚਦੇ ਸੀ ਅਸੀਂ ਲੰਬੇ ਤੌਰ 'ਤੇ ਇੱਥੇ ਬੈਠੇ ਰਹਾਂਗੇ, ਜਾਂ ਉਹ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਪਏ ਹਾਂ ਕਿ ਉਹ ਸੋਚਦੇ ਸੀ ਵੀ ਇੰਨਾ ਕਿ ਅਸੀਂ ਇਹਨਾਂ ਨੂੰ ਟ੍ਰੇਨ ਕਰਤਾ ਕਿ ਸਿਵਲ ਵਾਰ ਹੋ ਜੂ, ਜਾਂ ਹੋ ਸਕਦਾ ਤਾਲਿਬਾਨ ਜਿਹੜੇ ਆਪਾਂ ਇੰਨਾ ਜ਼ਾਬਤਾ ਤੇ ਇੰਨਾ ਡਿਸਿਪਲਿਨ ਸ਼ੋਅ ਕਰ ਰਹੇ ਆ, ਉਹ ਬੈਟਰ ਟ੍ਰੇਡ ਕਰਦੇ ਹੋਣ ਪਾਕਿਸਤਾਨ ਨੇ, ਕਿਉਂਕਿ ਇੱਕ ਪ੍ਰੋਫੈਸ਼ਨਲ ਆਰਮੀ ਦੇ ਤੌਰ 'ਤੇ ਟ੍ਰੇਨਡ ਕਰਦੇ ਹੋਣ। ਸੋ ਇਹ ਨੰਬਰ ਆਫ ਫੈਕਟਰ ਆ ਜਿਨ੍ਹਾਂ ਦੀ ਐਨਾਲਿਸਿਸ ਲੇਟਰ ਔਨ ਅਗਲੇ 15-20 ਦਿਨਾਂ ਮਹੀਨੇ 'ਚ ਆਪਾਂ ਨੂੰ ਜਿਵੇਂ ਸਟੋਰੀ ਅਨਫੋਲਡ ਹੋਊਗੀ ਪਤਾ ਲੱਗਦੇ ਰਹਿਣਗੇ। ਬਟ ਐਜ਼ ਆਫ ਟੂਡੇ ਇਹ ਹੈਗਾ ਕਿ ਉਹ ਬਿਲਕੁਲ ਕਰੰਬਲ ਹੋ ਗਏ ਤੇ ਉਹ ਬਿਲਕੁਲ ਕਰਪਟ ਨਿਕਲੇ, ਤੇ ਜਿਹਦੇ ਕਰਕੇ ਇਹ ਇੱਕਦਮ ਸਵੀਪ ਕਰ ਗਏ। ਪਰ ਕਿਤੇ ਨਾ ਕਿਤੇ ਮੈਂ ਫਿਰ ਇਹ ਦੁਬਾਰਾ ਕਹਿ ਰਿਹਾ ਕਿ ਉਹਨਾਂ ਨੇ ਜਿਹੜੀ ਫਾਈਟ ਨਹੀਂ ਨਾ ਦਿੱਤੀ, ਉਹਦੇ ਦੋ ਵੱਡੇ ਫੈਕਟਰ ਹੈਗੇ। ਇੱਕ ਤਾਂ ਅਫਗਾਨ ਜਿਹੜਾ ਹੈਗਾ ਨਾ ਜੀ, ਪਠਾਨ ਆ, ਇਹ ਡਿਜ਼ਰਟ ਬਹੁਤ ਜਲਦੀ ਕਰਦਾ। ਇਹ ਕਿਹਾ ਤਾਂ ਜਾਂਦਾ ਕਿ ਉਹ ਚੰਗਾ ਲੜਾਕਾ ਹੈ, ਪਰ ਇਹ ਛੱਡ ਕੇ ਵੀ ਬਹੁਤ ਜਲਦੀ ਭੱਜਦਾ। ਤਾਂ ਦੂਜੇ ਪਾਸੇ ਵੀ ਤਾਂ ਅਫਗਾਨ ਹੀ ਸੀਗੇ ਨਾ। ਤਾਂ ਉਹਨਾਂ ਨੂੰ ਜਦੋਂ ਕਿਤੇ ਇਹ ਇੰਡੀਕੇਸ਼ਨ ਮਿਲ ਗਈ ਕਿ ਟਰੈਕ ਟੂ ਡਿਪਲੋਮੈਸੀ 'ਚ ਕਿ ਸਾਨੂੰ ਸੇਫ ਐਗਜ਼ਿਟ ਮਿਲ ਜੂਗਾ, ਤਾਂ ਸੇਫ ਐਗਜ਼ਿਟ ਲੈ ਗਏ। ਪਰ ਇਹ ਕੀ ਕੰਟਰਡਿਕਸ਼ਨ ਆ ਫਿਰ? ਤੁਸੀਂ ਕਹਿ ਰਹੇ ਹੋ ਮਤਲਬ ਤਕਰੀਬਨ ਪਾਕਿਸਤਾਨ ਚੱਲਦਾ, ਚਾਹੇ ਉਹਦੇ ਇੰਟਰਸਟ ਚਾਈਨਾ 'ਚ ਵੀ ਨੇ, ਪਰ ਅਮਰੀਕਾ ਨਾਲ ਵੀ ਉਹ ਪੰਗੇ ਨਹੀਂ ਲੈਂਦਾ, ਪੰਗੇ ਲੈਣ ਦੀ ਤਾਕਤ 'ਚ ਉਹ ਨਹੀਂ ਹੈਗਾ। ਕਿ ਫਿਰ ਪੈਰਲਲ ਐਂ ਚੱਲਦਾ ਰਿਹਾ ਕਿ ਉਹ ਤਾਲਿਬਾਨਾਂ ਨੂੰ ਟ੍ਰੇਨ ਕਰਦੇ ਰਹੇ ਤੇ US ਦੀ ਤਿਆਰੀ ਉਹ ਨਹੀਂ ਸੀ ਉਹਨਾਂ ਲਈ, ਜਿਨ੍ਹਾਂ ਨੂੰ ਉਰੇ ਬਿਠਾ ਕੇ ਗਏ? ਡੈਫੀਨੇਟਲੀ ਜੀ, ਬਹੁਤ ਮਾਸਟਰ ਸਟ੍ਰੋਕ ਡਿਪਲੋਮੈਸੀ ਦਾ ਉਹਨਾਂ ਨੇ ਮਾਰਿਆ। ਉਹਨਾਂ ਨੇ ਡਬਲ ਗੇਮ ਦੇ ਵਿੱਚ ਆਪਦੇ ਆਪ ਨੂੰ ਦੀ ਮਹਾਰਤ ਸ਼ੋਅ ਕੀਤੀ ਹੈ ਕਿ ਇੱਕ ਪਾਸੇ ਉਹ ਅਮਰੀਕਾ ਨੂੰ ਆਪਣਾ ਸਲਾਮ ਬੁਲਾਉਂਦੇ ਰਹੇ, ਇੱਕ ਪਾਸੇ ਅਮਰੀਕਾ ਦਾ ਹੀ ਉਹ ਐਨਮੀ ਟ੍ਰੇਨਡ ਕਰਦੇ ਰਹੇ ਉੱਥੇ, ਤੇ ਚਾਈਨਾ ਨੂੰ ਉੱਥੇ ਸਟਰੋਂਗ ਕਰਕੇ ਫੁਟਿੰਗ 'ਤੇ ਬਾਤਾ। ਜਿਹੜਾ ਆਪਾਂ ਕਹਿੰਦੇ ਹਾਂ ਕਿ ਪਾਕਿਸਤਾਨ ਹਲੇ ਦੋਨੇ ਪਾਸੇ ਚੱਲਦਾ, ਉਹ ਇਸ ਕਰਕੇ ਦੋਨੇ ਪਾਸੇ ਚੱਲਦਾ ਕਿ ਉਹਨੂੰ ਇਹ ਪਤਾ ਹੈ ਕਿ ਮੈਨੂੰ ਦੋਨੇ ਪਾਸੇ ਚੱਲਣ ਨਾਲ ਹੀ ਮੇਰੀ ਐਗਜ਼ਿਸਟੈਂਸ ਆ। ਜਿਹੜੀਆਂ ਇਹ ਜਿਹੀਆਂ ਸਟੇਟਸ ਹੋ ਜਾਂਦੀਆਂ ਉਹਨਾਂ ਨੂੰ ਆਏ ਆ ਕਿ ਇੱਕ ਨੂੰ ਦੂਜੇ ਦੇ ਅਗੇਂਸਟ ਅਸੀਂ ਪਲੇ ਕਿਵੇਂ ਕਰ ਸਕਦੇ ਹਾਂ। ਤੇ ਇਹ ਉਹਨਾਂ ਦੀ ਡਿਪਲੋਮੈਸੀ ਦਾ ਕਮਾਲ ਹੈ ਜੀ, ਇਹ ਤਾਂ ਆਪਾਂ ਇਹਨੂੰ ਡਿਨਾਈ ਨਹੀਂ ਕਰ ਸਕਦੇ। ਅੱਜ ਇੰਡੀਅਨ ਡਿਪਲੋਮੈਸੀ ਜਿੱਥੇ ਫੇਲ ਹੋ ਗਈ, ਬੁਰੀ ਤਰ੍ਹਾਂ ਕਰੰਬਲ ਹੋ ਗਈ, ਬਿਲਕੁਲ ਦੂਜੇ ਪਾਸੇ ਲਿੰਕ ਹੀ ਨਹੀਂ ਬਣਾ ਸਕੇ ਤਾਲਿਬਾਨਾਂ ਨਾਲ, ਤਾਂ ਜੇ ਅਮਰੀਕਾ ਦਾ ਤਾਂ ਕੋਈ ਘੱਟ ਨੁਕਸਾਨ ਹੋਇਆ, ਇੰਡੀਅਨ ਡਿਪਲੋਮੈਸੀ ਦਾ, ਇੰਡੀਅਨ ਐਕਸਪੈਂਸ ਦਾ, ਇਨਫਰਾਸਟਰਕਚਰ ਤੇ ਇਨਵੈਸਟਮੈਂਟ ਦਾ, ਸਟ੍ਰੈਟੇਜਿਕ ਐਸੈਟਸ ਦਾ, ਸਾਰੇ ਚੀਜ਼ਾਂ ਦਾ ਟੋਟਲ ਫੇਲੀਅਰ ਆ ਜੀ ਉਸ ਚੀਜ਼ ਦਾ। ਪਰ ਕੀ ਲੱਗਦਾ ਹੁਣ ਜਿਵੇਂ ਮੰਨ ਲਓ ਇਸ ਤਰ੍ਹਾਂ ਦੀ ਫੋਰਸ ਉੱਭਰਦੀ ਹੈ ਦੁਨੀਆ ਦੇ ਅੰਦਰ, ਮੈਂ ਕਹਿੰਦਾ ਜੇ ਆਪਾਂ ਨੇਪਾਲ 'ਚ ਦੇਖੀ, ਜਦੋਂ ਰਾਜਸ਼ਾਹੀ ਦਾ ਤਖਤਾ ਪਲਟ ਹੋਇਆ ਉੱਥੇ, ਉਸ ਤੋਂ ਪਹਿਲਾਂ ਤਾਂ ਬਹੁਤ ਲੇਟ ਹੀ ਆਪਾਂ ਦੇਖਦੇ ਹਾਂ, ਪਰ ਜੇ ਪਿਛਲੇ ਸਮੇਂ 'ਚ ਕਹਿਣਾ ਹੋਵੇ ਤਖਤਾ ਪਲਟ ਹੀ ਕਹਾਂਗੇ ਇਹਨੂੰ ਆਪਾਂ। ਇਸ ਤਰ੍ਹਾਂ ਦੀਆਂ ਫੋਰਸਿਸ ਬਹੁਤ ਸਾਰੀਆਂ ਥਾਵਾਂ 'ਤੇ ਐਕਟਿਵ ਨੇ ਦੁਨੀਆ ਭਰ ਦੇ ਅੰਦਰ,
ਦੁਨੀਆ ਭਰ ਦੀ ਰਾਜਨੀਤੀ ਦੇ ਅੰਦਰ ਆਪਣੇ ਆਪਣੇ ਪੱਧਰ ਤੇ ਬਹੁਤ ਸਾਰੀਆਂ ਫੋਰਸਸ ਨੇ, ਲੈਫਟ ਦੀਆਂ, ਰਾਈਟ ਦੀਆਂ, ਨੈਸ਼ਨਲਟੀਜ਼ ਦੀਆਂ, ਉਹਨਾਂ ਦੇ ਉੱਤੇ ਵੀ ਕੋਈ ਅਸਰ ਪਏਗਾ ਇਸ ਗੱਲ ਦਾ? ਡੈਫੀਨੇਟਲੀ ਜੀ, ਜਿਵੇਂ ਕੰਟਰੀਜ਼ ਲਾਈਕ ਸੀਰੀਆ ਤੇ ਅਸਰ ਪਊਗਾ, ਯਮਨ ਤੇ ਅਸਰ ਬਹੁਤ ਪਊਗਾ। ਯਮਨ ਜਿਹੜਾ ਹੈਗਾ ਉਹ ਸਾਊਦੀ ਜਿਵੇਂ ਅੱਜ ਦੀ ਡੇਟ 'ਚ ਜੇ ਤੁਸੀਂ ਸਾਊਦੀ ਅਰੇਬੀਆ ਹੈਗਾ ਉਹ ਆਪਦੇ ਸੋਚ ਰਿਹਾ ਹੋਊਗਾ ਦੁਬਾਰਾ। ਵੇਖੋ ਅਮਰੀਕਾ ਦੀ ਹਾਰ ਜਿਹੜੀ ਹੈ ਆਲਮੋਸਟ ਸਾਈਗੋਨ ਮੂਵਮੈਂਟ ਹੈ ਅਮਰੀਕਾ ਵਾਸਤੇ। ਉਵੇਂ ਜਿਵੇਂ ਸਾਈਗੋਨ ਦੇ ਵਿੱਚੋਂ ਵੀਅਤਨਾਮ ਸਾਈਗੋਨ ਦੇ ਵਿੱਚੋਂ ਹੈਲੀਕਾਪਟਰਾਂ ਤੇ ਨਿਕਲੇ ਸੀ, ਲਾਸਟ ਮੈਨ ਕਲਿੰਗਿੰਗ ਟੂ ਦ ਹੈਲੀਕਾਪਟਰ ਸੀਗਾ ਜਿਹੜੇ ਉਹਨਾਂ ਦੇ ਸਪੋਰਟਰ ਸੀ। ਅੱਜ ਕਾਬੁਲ ਦੇ ਵਿੱਚ ਉਹੀ ਹੋ ਰਿਹਾ, ਹੈਲੀਕਾਪਟਰ ਤੇ ਉਹਨਾਂ ਨੇ ਆਪਦੀ ਫੋਰਸ ਉੱਥੇ ਲਿਆਂਦਾ ਤੇ ਉੱਥੇ ਜਿਵੇਂ ਲੋਕ ਚੜ੍ਹ ਰਹੇ ਵਿਖਾ ਰਹੇ ਆ, ਉਹ ਲੋਕ ਆ ਜਿਹੜੇ ਇਸ ਦੇ ਸਟੂਜਸ ਸੀਗੇ ਜਾਂ ਇਸ ਅਮਰੀਕਨ ਬੈਕਡ ਸਰਕਾਰ ਦੇ ਹੇਠਲੇ ਲੋਕ ਸੀਗੇ, ਉਹ ਕਿਵੇਂ ਛੱਡ ਕੇ ਉਹਨਾਂ ਨੂੰ ਭੱਜ ਗਏ ਆ। ਤਾਂ ਇਹਦੇ ਨਾਲ ਇੱਕ ਸੁਨੇਹਾ ਤਾਂ ਜਾਂਦਾ ਹੈ ਨਾ ਜੀ ਅਕਰੋਸ ਦੀ ਵਰਲਡ, ਜਿੱਥੇ ਅਮਰੀਕਨ ਬੈਕਡ ਸਟੂਜਸ ਬੈਠੇ ਹੈਗੇ ਜਿਹੜੇ ਲੋਕਾਂ 'ਚ ਪੋਪੂਲਰ ਨਹੀਂ ਗੇ ਬਟ ਅਮਰੀਕਾ ਦੀ ਬੈਕਿੰਗ ਨਾਲ ਬੈਠੇ, ਉਹਨਾਂ ਨੂੰ ਕਿਤੇ ਤਾਂ ਇਹ ਅਹਿਸਾਸ ਹੋਊਗਾ ਕਿ ਵੀ ਇਹ ਤਾਂ ਕੰਮ ਖਰਾਬ ਹੋ ਸਕਦਾ ਹੈ। ਠੀਕ ਆ, ਉਤਲੇ ਬੰਦੇ ਭੱਜ ਜਾਂਦੇ ਆ ਬਟ ਹੇਠਾਂ ਤਾਂ ਚੇਨ ਹੁੰਦੀ ਹੈ ਨਾ, ਪਿਰਾਮਿਡ ਹੁੰਦਾ ਸਾਰਾ, ਹੇਠਾਂ ਤੱਕ ਫੈਲੇ ਹੁੰਦੇ ਆ। ਤਾਂ ਉਸ ਚੀਜ਼ ਦਾ ਅਹਿਸਾਸ ਹੋਊਗਾ ਤੇ ਉਹਦੇ ਨਾਲ ਉਹ ਡੈਫੀਨੇਟਲੀ ਕਮਜ਼ੋਰ ਹੋਊਗਾ ਤੇ ਅਮਰੀਕਾ ਦੀ ਜਿਹੜੀ ਹੈਜਮਨੀ ਆ ਵਰਲਡ ਦੇ ਉੱਤੇ, ਜਿਹੜੀ ਉਹਨੇ ਇੱਕ ਠੱਪਾ ਲੱਗਿਆ ਹੋਇਆ ਸੀ, ਉਹਦੇ ਉੱਤੇ ਤਾਂ ਬਹੁਤ ਵੱਡਾ ਇਹ ਸਵਾਲੀਆ ਨਿਸ਼ਾਨ ਬਣੂਗਾ। ਤੇ ਦੂਜੀ ਗੱਲ ਹੈ ਕਿ ਇਹ ਵਾਇਲੈਂਟ ਮੂਵਮੈਂਟਸ ਦੇ ਉੱਤੇ ਵੀ ਬਹੁਤ ਵੱਡਾ ਇੱਕ ਬੜਾਵਾ ਦੇਊਗਾ ਕਿ ਇੱਕ ਮਤਲਬ ਜਿਵੇਂ ਪਿੱਛੇ ਇੱਕ ਸਪਰੈਡ ਹੋ ਗਿਆ ਸੀ ਕਿ ਨੋਨ ਵਾਇਲੈਂਟ ਮੂਵਮੈਂਟਸ ਬੈਟਰ ਕਾਮਯਾਬ ਹੁੰਦੀਆਂ, ਤੇ ਇੱਕ ਵਾਇਲੈਂਟ ਮੂਵਮੈਂਟ ਜਿਹੜੀ ਕਾਮਯਾਬ ਹੋਈ ਤੇ ਡਿਸਪਲਿਨਡ ਹੋ ਕੇ ਕਾਮਯਾਬ ਹੋਈ ਉਹ ਹੋਊਗਾ। ਅਫਗਾਨਾਂ ਦੇ ਕਰੈਕਟਰ ਦੇ ਉੱਤੇ ਬਹੁਤ ਵੱਡਾ ਹੋਊਗਾ। ਸੈਂਚੁਰੀਜ਼ 'ਚ ਹਿਸਟਰੀ 'ਚ ਹੀ ਅਬਦਾਲੀ ਤੋਂ ਬਾਅਦ ਇਹਨਾਂ ਨੂੰ ਕੋਈ ਡਿਸਪਲਿਨ ਨਹੀਂ ਕਰ ਸਕਿਆ ਸੀ, ਉਹਦੇ ਥੱਲੇ ਡਿਸਪਲਿਨਡ ਸੀਗੇ। ਤੇ ਇਹ ਉਦੋਂ ਬਾਅਦ ਹੁਣ ਕਿੰਨੇ ਡਿਸਪਲਿਨ ਨਾਲ ਗਏ ਆ, ਕਿੱਥੇ ਕਿਲਿੰਗ ਨਹੀਂ ਕਰ ਰਹੇ, ਜਿੱਥੇ ਰੋਕ ਕੇ ਜਾਂਦੇ ਉੱਥੇ ਰੁਕ ਜਾਂਦੇ ਆ, ਜਿੱਥੇ ਇਹਦਾ ਮਤਲਬ ਪ੍ਰੋਫੈਸ਼ਨਲ ਆਰਮੀ ਵਾਂਗੂ ਟ੍ਰੇਨਡ ਹੋ ਗਏ ਆ। ਤੇ ਇੰਟਰਸਟਿੰਗ ਗੱਲ ਇਹ ਹੈ ਕਿ ਜਿੱਥੇ ਉਹ ਬੈਠੇ ਆ ਜਾ ਕੇ ਹੈ ਨਾ, ਉਹ ਪ੍ਰੈਜ਼ੀਡੈਂਸ਼ੀਅਲ ਪੈਲੇਸ 'ਚ ਬੈਠਦੇ ਆ ਜਿੱਥੇ ਗਨ ਰੱਖ ਕੇ ਬੈਠੇ ਆ, ਉਹਦੇ ਪਿੱਛੇ ਤੁਸੀਂ ਪੇਂਟਿੰਗ ਵੇਖੋ ਅਬਦਾਲੀ ਦੀ, ਆਪਣਾ ਜਦੋਂ ਉਹਦਾ ਤਾਜਪੋਸ਼ੀ ਹੋਈ ਸੀ ਜਾਂ ਉਹ ਕਬੀਲਿਆਂ ਦਾ ਸਰਦਾਰ ਬਣਿਆ ਸੀ, ਉਹ ਪੇਂਟਿੰਗ ਲੱਗੀ ਵੀ ਆ ਅਬਦਾਲੀ ਦੀ ਪੇਂਟਿੰਗ। ਹਾਂ, ਅਬਦਾਲੀ ਮਤਲਬ ਖਾਇਆ ਜਾ ਰਿਹਾ ਉਹ ਐਂ। ਤੁਸੀਂ ਪੇਂਟਿੰਗ ਨੂੰ ਦੁਬਾਰਾ ਵੇਖਿਓ, ਉਹਦੇ ਸਿਰ ਦੇ ਉੱਤੇ ਇੱਕ ਉਹ ਸੰਤ ਜਾਂ ਉਹਨਾਂ ਦਾ ਜਿਹੜਾ ਸੂਫੀ ਹੈੱਡ ਸੀ ਉਹ ਆਸ਼ੀਰਵਾਦ ਦੇ ਰਿਹਾ, ਤੇ ਅਬਦਾਲੀ ਨੂੰ ਜਦੋਂ ਕਬੀਲਿਆਂ ਦਾ ਸਰਦਾਰ ਬਣਾਇਆ ਸੀ ਉਹ ਸੀਨ ਡਿਪਿਕਟ ਹੋਇਆ। ਤਾਂ ਇਹ ਬਹੁਤ ਸਿੰਬੋਲਿਕ। ਇਹ ਪੇਂਟਿੰਗ ਤਾਲਿਬਾਨਾਂ ਨੇ ਲਈ ਜਾਂ ਇਹ ਪੇਂਟਿੰਗ ਪਹਿਲਾਂ ਲੱਗੀ ਹੋਊਗੀ ਉੱਥੇ? ਨਹੀਂ, ਇਹ ਪੇਂਟਿੰਗ ਪਹਿਲਾਂ ਲੱਗੀ ਹੋਊਗੀ ਪਰ ਉਹਨਾਂ ਨੇ ਉਹਨੂੰ ਪਾੜਿਆ ਨਹੀਂ, ਉਤਾਰਿਆ ਨਹੀਂ। ਇਹਦਾ ਮਤਲਬ ਇਹ ਗੱਲ ਬੜੀ ਕਲੀਅਰ ਹੈ ਕਿ ਉਹ ਅੱਜ ਆਪਦੇ ਚੁਗਿਰਦੇ ਨੂੰ ਉਸ ਤਰੀਕੇ ਦੇ ਇੰਟਰਸਟ ਨਾਲ ਵੇਖ ਰਹੇ ਤਾਲਿਬਾਨ, ਕਿ ਅਸੀਂ ਇੰਨਾ ਇਨਫਲੂਐਂਸ ਸਾਡਾ ਸੀਗਾ ਤੇ ਅਸੀਂ ਉਸ ਇਨਫਲੂਐਂਸ ਨੂੰ ਤੇ ਕੋਈ ਭੰਨ ਤੋੜ ਨਹੀਂ ਕੀਤੀ। ਸਪੈਸ਼ਲੀ ਉਹ ਪੇਂਟਿੰਗ ਉੱਥੇ ਲੱਗੀ ਹੋਣੀ ਮੀਨਸ ਕਿ ਉੱਥੇ ਜਿਹੜਾ ਉਹ ਲੈਜੀਟੀਮੇਟ ਪਾਵਰ ਤੇ ਬੈਠੂਗਾ ਉਹ ਉਸ ਖਿੱਤੇ ਨੂੰ ਇਸ ਢੰਗ ਨਾਲ ਹੀ ਵੇਖੂਗਾ। ਵਿਚਾਰਕ ਤੌਰ ਤੇ ਫੌਜੀ ਤੌਰ ਤੇ ਮਤਲਬ ਕੀ ਆ ਫਿਰ ਇਹਦੇ 'ਚ ਪਿੱਛੇ? ਤੁਸੀਂ ਕਹਿੰਦੇ ਇਕੱਲਾ ਪਾਕਿਸਤਾਨ ਤਾਂ ਨਹੀਂ ਹੋਣਾ, ਐਡੀ ਜ਼ਿਆਦਾ ਅਨੁਸ਼ਾਸਿਤ ਹੋ ਜਾਣਾ ਔਰ ਇੰਟਰਨੈਸ਼ਨਲੀ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਦੇਣੀਆਂ ਕਿ ਅਸੀਂ ਬਦਨਾਮ ਨਾ ਹੋਈਏ। ਕੋਈ ਗਲਤ ਸਟੇਟਮੈਂਟ ਦੇ ਰਹੇ ਇੰਟਰਨੈਸ਼ਨਲ ਮੀਡੀਆ 'ਚ, ਉਹ ਬੜੀਆਂ ਸਿਆਣੀਆਂ ਸਟੇਟਮੈਂਟਾਂ, ਤੁਸੀਂ ਅਲ ਜਜ਼ੀਰਾ ਦੇਖ ਲਓ, ਜਿਹੜਾ ਮਰਜ਼ੀ ਚੈਨਲ ਦੇਖੋ, ਦੇ ਰਹੇ ਨੇ। ਇਹਦੇ ਪਿੱਛੇ ਕੌਣ ਹੈਗਾ ਜਾਂ ਆਪਦੀ ਹੀ ਉਹਨਾਂ ਦੀ ਇਵੋਲਵ ਹੋਏ ਨੇ ਉਹ ਇਸ ਪੂਰੇ ਦੌਰ 'ਚ? 20 ਇਅਰਸ ਜਾਂ 25 ਸਾਲ ਬਹੁਤ ਲੰਬਾ ਸਮਾਂ ਹੁੰਦਾ ਲੜਨ ਵਾਸਤੇ। 25 ਕੀ, ਉਹ ਤਾਂ ਲੜ ਤਾਂ 1980 ਤੋਂ ਹੀ ਰਹੇ ਆ, ਹੈ ਨਾ। ਤੇ ਅੱਜ ਜੇ 20 ਤੇ 40 ਸਾਲ ਹੋ ਗਏ। 40 ਸਾਲ ਦੇ ਵਿੱਚ ਤਕਰੀਬਨ ਤੀਜੀ ਪੀੜ੍ਹੀ ਆ ਗਈ ਹੋਊਗੀ ਲੜਾਕਿਆਂ ਦੀ, ਹੈ ਨਾ। ਲੈਟਸ ਸੇ ਵੀ ਜਿਹੜੇ ਅਗਾਂਹ ਫਾਈਟਿੰਗ ਫੋਰਸ ਹੈਗੀ ਆ, ਤਾਂ ਉਹਨਾਂ ਨੇ ਲਰਨਿੰਗਸ ਵੀ ਕੀਤੀਆਂ ਹੋਣਗੀਆਂ। ਤਾਂ ਆਪਾਂ ਜੇ 70 ਜਾਂ 80% ਜੇ ਆਪਾਂ ਔਨ ਸਕੇਲ ਆਫ 1 to 100 ਲਈਏ ਤਾਂ 70 ਜਾਂ 80% ਤਾਂ ਆਪਾਂ ਨੂੰ ਉਹਨਾਂ ਨੂੰ ਹੀ ਕ੍ਰੈਡਿਟ ਦੇਣਾ ਚਾਹੀਦਾ ਜਿਨ੍ਹਾਂ ਨੇ ਆਪਦੀ ਲੀਡਰਸ਼ਿਪ ਨੂੰ ਕੋਈ ਹਿੱਸੇ ਬਣਾਇਆ। ਵੇਖੋ ਮੁੱਲਾ ਉਮਾਰ ਦਾ ਬੇਟਾ ਹੈਗਾ, ਉਹਨੇ ਇਹ ਨਹੀਂ ਕਿਹਾ ਕਿ ਵੀ ਮੈਂ ਲੀਡਰ ਬਣ ਜਾਣਾ ਹੈ ਨਾ, ਉਹਨੇ ਕਿਹਾ ਵੀ ਮੈਂ ਫਾਈਟ ਕਰੂੰਗਾ। ਦੂਜੇ ਹਕਾਨੀ, ਹੈ ਨਾ, ਹਾਂ, ਹਕਾਨੀ ਨੈਟਵਰਕ ਤੇ ਦੂਜਾ ਨੈਟਵਰਕ ਲੜ ਰਿਹਾ, ਤਾਂ ਉਹਨਾਂ ਦੀ ਇੱਕ ਆਪਦੀ ਲਰਨਿੰਗ ਹੈਗੀ ਆ। ਇਹਦੇ ਬਾਰੇ ਜਿਹੜੇ ਇਰਾਕ 'ਚ ਤੇ ਇਹਨਾਂ ਏਰੀਆਸ 'ਚ ਲੜੇ ਆ, ਉਹਨਾਂ ਦਾ ਇੱਕ ਆਪਣਾ ਜਿਹੜਾ ਹੈਗਾ ਇੱਕ ਜਰਨੈਲ ਸੀਗਾ, ਉਹਨੇ ਬਹੁਤ ਅੱਛੀ ਬੁੱਕ ਲਿਖੀ ਹੈ ਕਿ ਕਿਵੇਂ ਇਹ ਗਰੁੱਪਸ ਬੜੀ ਫਾਸਟਰ ਲਰਨ ਕਰਦੇ ਆ ਸਾਡੀ ਆਰਮੀਜ਼ ਨਾਲੋਂ ਵੀ, ਤੇ ਐਵਰੀ ਟਾਈਮ ਵੀ ਇੰਗੇਜ ਵਿਦ ਦੈਮ ਅਸੀਂ ਕਮਜ਼ੋਰ ਹੁੰਦੇ ਜਾਂਦੇ ਹਾਂ, ਇਹ ਲੜਦੇ ਚੰਗੇ ਹੁੰਦੇ ਜਾ ਰਹੇ ਹੈਗੇ। ਤਾਂ ਉਹ ਇਵੋਲਵ ਹੋ ਜਾਂਦੇ ਆ, ਤੇ ਇਵੋਲਵ ਬੜੀ ਫਾਸਟ ਇਵੋਲਵ ਹੁੰਦੇ ਆ ਕਿਉਂਕਿ ਲਰਨਿੰਗਸ ਬਹੁਤ ਤੇਜ਼ ਹੁੰਦੀਆਂ ਇਹਨਾਂ ਦੀਆਂ। ਮਤਲਬ ਆਲਮੋਸਟ ਮਿਊਟੇਸ਼ਨ ਜਿਵੇਂ ਹੁੰਦੀ ਆ ਨਾ ਵਾਇਰਸ ਦੇ ਵਿੱਚ ਜਾਂ ਉਹਦੇ, ਉਵੇਂ ਮਿਊਟੇਟ ਹੁੰਦੇ ਆ ਬੜੀ ਫਾਸਟ ਗਰੁੱਪਸ ਜਿਹੜੇ ਹੁੰਦੇ ਆ ਲਰਨ ਕਰਕੇ। ਬਿਕੋਜ਼ ਤੁਸੀਂ ਸਾਹਮਣੇ ਆਪਦੇ ਕਿਲਿੰਗ ਹੁੰਦੀ ਵੇਖ ਰਹੇ ਹੋ, ਸਾਹਮਣੇ ਰੀਅਲ ਪੋਲੀਟਿਕ ਇੰਗੇਜਮੈਂਟ ਕਰਦੇ, ਲਾਈਫ ਤੇ ਫਿਟਿਲਿਟੀ ਕੁਐਸਚਨ ਤੇ ਹੁੰਦੀ ਹੈ ਨਾ।
ਪਿੱਛੇ ਸਾਰੀ ਜੀਵਨ ਮੈਨੂੰ ਲੱਗਦਾ ਡਿਪਲੋਮੈਟਿਕ ਚੈਨਲ ਵੀ ਇਸ ਵਾਰ ਉਹਨਾਂ ਨੇ ਬੜੇ ਜ਼ਬਰਦਸਤ ਤਰੀਕੇ ਨਾਲ ਖੋਲੇ, ਜਿਵੇਂ ਪਹਿਲਾਂ ਸ਼ਾਇਦ ਨਹੀਂ ਖੋਲਦੇ ਹੋਣੇ। ਐਤਕੀ ਵਾਰ ਉਹਨਾਂ ਦੇ ਸਾਰੇ ਪਾਸਿਓਂ ਇਵੋਲਵ ਦੋਹਾ ਹੋਏ ਜਿੱਥੇ ਵੀ ਉਹਨਾਂ ਨੇ ਮੁਲਾਕਾਤਾਂ ਕੀਤੀਆਂ। ਹਾਂਜੀ, ਤੇ ਪਰ ਇਸ ਐਵੋਲੂਸ਼ਨ ਦੇ ਵਿੱਚ ਡੈਫੀਨਿਟਲੀ ਇਨਪੁਟਸ ਰਸ਼ੀਆ ਤੋਂ ਵੀ ਹੋਊਗੀ, ਡੈਫੀਨਿਟਲੀ ਇਨਪੁਟ ਪਾਕਿਸਤਾਨ ਤੋਂ ਹੋਊਗੀ। ਜਿਵੇਂ ਪ੍ਰੋਫੈਸ਼ਨਲ ਆਰਮੀ ਦੇ ਤੌਰ ਤੇ ਟ੍ਰੇਨਡ ਹੋਣ 'ਚ ਪਾਕਿਸਤਾਨ ਦਾ ਬਹੁਤ ਵੱਡਾ ਰੋਲ ਹੋਊਗਾ। ਪਿਛਲੀ ਵਾਰ ਆਪਾਂ ਗੱਲ ਕੀਤੀ ਸੀ, ਉਹਨਾਂ ਦੇ ਲੜਾਕੇ ਵੀ ਇਨਵੋਲਵਡ ਹੋਣਗੇ ਜਿਹੜੇ ਲੜ ਰਹੇ ਹੋਣਗੇ ਵਿੱਚ, ਤੇ ਇਸੇ ਤਰ੍ਹਾਂ ਚੀਨ ਦਾ ਬਹੁਤ ਹੋਊਗਾ, ਪੈਸਾ ਇਨਵੋਲਵਡ ਹੋਊਗਾ। ਇਹ ਨਹੀਂ ਕਿ ਪਰ ਉਹਨੂੰ ਆਪਾਂ ਇੰਨਾ ਵੱਡਾ ਫੈਕਟਰ ਨਹੀਂ ਦੇ ਸਕਦੇ ਜਿੰਨਾ ਇਹਨਾਂ ਦੀ ਆਪ ਦੀ ਐਵੋਲੂਸ਼ਨ ਉਹਦੇ। ਤਾਂ ਫਿਰ ਵੀ ਗੱਲਬਾਤ ਕਰਦੇ ਰਹਾਂਗੇ। ਧੰਨਵਾਦ ਤੁਹਾਡਾ। ਤਾਂ ਇਹ ਸਨ ਅਜੇਪਾਲ ਬਰਾੜ ਹੋਰੀ। ਅਜੇਪਾਲ ਬਰਾੜ ਹੋਰਾਂ ਦਾ ਕਹਿਣਾ ਕਿ ਬਹੁਤ ਕੁਝ ਤਾਲਿਬਾਨਾਂ ਨੇ ਲੜਦਿਆਂ ਸ਼ਾਇਦ ਸਿੱਖਿਆ ਹੋਊ, ਪਰ ਅਮਰੀਕਾ ਜਿਹੜਾ ਉੱਥੇ ਕਿਸੇ ਦੌਰ 'ਚ ਦੁਸ਼ਮਣਾਂ ਵਾਂਗੂ ਵੀ ਰਿਹਾ ਤੇ ਹੁਣ ਚਲਾ ਗਿਆ ਆਪਣੇ ਦੋਸਤ ਨੂੰ ਛੱਡ ਕੇ। ਤਾਂ ਦੇਖਦੇ ਹਾਂ ਤਾਲਿਬਾਨਾਂ ਦੇ ਆਉਣ ਨਾਲ ਦੁਨੀਆ ਦੀ ਰਾਜਨੀਤੀ 'ਤੇ ਅੱਗੇ ਕੀ ਅਸਰ ਪਏਗਾ, ਦੱਖਣੀ ਏਸ਼ੀਆ ਦੀ ਰਾਜਨੀਤੀ 'ਤੇ ਕੀ ਅਸਰ ਪਏਗਾ, ਤੇ ਭਾਰਤ ਦੇ ਸਬੰਧ ਕਿਸ ਤਰ੍ਹਾਂ ਰਹਿਣਗੇ ਪਾਕਿਸਤਾਨ ਤੇ ਅਫਗਾਨਿਸਤਾਨ ਜਾਂ ਇਸ ਪੂਰੇ ਖਿੱਤੇ ਦੇ ਨਾਲ।